ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਕਿ ਆਪਾਂ ਕੱਲ ਕਿਹਾ ਹੀ ਸੀ ਕਿ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਡਾਕਟਰ ਹਰਜਿੰਦਰ ਸਿੰਘ ਵਾਲੀਆ, ਜਿਨ੍ਹਾਂ ਨੂੰ ਕਿ ਖੁਦ ਹੀ ਇੱਕ ਪਛਾਣ ਦੀ ਲੋੜ ਨਹੀਂ, ਇੰਨੇ ਮਹਾਨ ਪੁੱਜੇ ਹੋਏ ਇਨਸਾਨ ਨੇ। ਉਹ ਇੱਕ ਹੁੰਦਾ ਕਿ ਮਸ਼ਹੂਰ ਇੱਕ ਮਹਾਨ, ਉਹ ਦੋਵੇਂ ਨੇ, ਮਸ਼ਹੂਰ ਵੀ ਬਹੁਤ ਨੇ ਤੇ ਮਹਾਨ ਵੀ ਬਹੁਤ ਨੇ। ਸੋ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਆਪਾਂ ਉਹਨਾਂ ਨਾਲ ਕੋਈ ਵੀ ਤੁਹਾਨੂੰ ਕੋਈ ਕੁਐਸਚਨ ਹੋਵੇ, ਤੁਸੀਂ ਕੁਝ ਵੀ ਉਹਨਾਂ ਨੂੰ ਪੁੱਛਣਾ ਹੋਵੇ, ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਆਨਸਰ ਜਾਂ ਕੁਐਸਚਨ ਡ੍ਰੌਪ ਕਰ ਸਕਦੇ ਹੋ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। बहुत ही जल्द अपने नाल लाइव होने जा रहे ने। सो लेट मी कनेक्ट विद हिम। सो जे किसी ने कोई डाउट आ, मैं एक बार तुहानूं फिर दस दिंदी हां हरजिंदर सिंह वालिया जी बारे। हाल दी कड़ी दे विच ਉਹ CEO ने चढ़दी कला टाइम TV ਦੇ। ਉਸ ਤੋਂ ਪਹਿਲਾਂ ਉਹ IAS ट्रेनिंग सेंटर पंजाबी यूनीवर्सिटी के डायरैक्टर रह चुके ने ते उहदे नाल ही हैड रह चुके ने मास एंड कम्यूनीकेशन जर्नलिज्म डिपार्टमेंट ऑफ पंजाबी यूनीवर्सिटी। यही नहीं सिर्फ उन्होंने ऑल इंडिया प्रेजिडेंट टीचर्स एसोसीएशन दे भी विन किया, एसोसीएशन एज अ प्रेजिडेंसी। ਉਹਦੇ ਵਿੱਚ ਟੋਟਲ 25 ਡੈਲੀਗੇਟਸ ਆਏ ਸੀ ਆਲ ਓਵਰ ਦੀ ਇੰਡੀਆ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਵਿੱਚ, ਜਿਹੜਾ ਕਿ ਉਹਨਾਂ ਨੇ ਵਿਨ ਕੀਤਾ। ਸਿਰਫ ਇੰਨਾ ਹੀ ਨਹੀਂ, ਉਹਨਾਂ ਨੇ ਬਹੁਤ ਸਾਰੀਆਂ ਖਬਰਾਂ, ਬਹੁਤ ਨਿਊਜ਼ ਤੇ ਆਰਟੀਕਲਸ ਦਿੱਤੇ, ਨਿਊਜ਼ਪੇਪਰ 'ਚ ਆਰਟੀਕਲ ਐਂਡ ਬਹੁਤ ਬੁੱਕਸ ਲਿਖੀਆਂ ਨੇ। ਮੈਂ ਤੁਹਾਨੂੰ ਕੁਝ ਬੁੱਕਸ ਦੇ ਬਾਰੇ ਜਾਣੂ ਕਰਵਾ ਦਿੰਦੀ ਹਾਂ, ਜਿਵੇਂ ਕਿ ਇੱਕ ਬੁੱਕ ਦਾ ਨਾਮ ਹੈਗਾ ਦ ਫੇਅਰਸ ਐਂਡ ਫੈਸਟੀਵਲਸ, ਸੈਕਿੰਡ ਸੰਚਾਰ ਡਿਵੈਲਪਮੈਂਟ ਕਮਿਊਨੀਕੇਸ਼ਨ, ਥਰਡ ਪੰਜਾਬੀ ਪੱਤਰਕਾਰੀ, ਫੋਰਥ शतिक पत्रकारी ते फिफ्थ जित दा मंत्र, जो कि मिंत्रा ऑफ सक्सैस, जे किसी ने इंग्लिश दे विच लैनी होवे मिंत्रा ऑफ सक्सैस, दैट हाउ टू गेट सक्सैसफुल इन लाइफ। थोड़े की रूल्स एंड रेगूलेशन, थोड़ा उठन दा टाइम, खाण पीन दा टाइम, थोड़े दोस्त किहो जे हुंदे ने, ये सब कुछ उहदे विच दिता गया है। तुसीं वो जरूर देख सकते हो। जिवें कि अजकल इन्ना स्ट्रैस वध रहा है, इन्ना डिप्रैशन वध रहा, आपां नूं हाल दी घड़ी दे विच पता आ कि हुणे ही ਇੱਥੇ ਇੱਕ ਡੈਥ ਆਪਾਂ ਨੂੰ ਪਤਾ ਕਿ ਬਹੁਤ ਹੀ ਮਹਾਨ ਕਲਾਕਾਰ ਦੀ ਡੈਥ ਹੋਈ ਹੈ ਡਿਊ ਟੂ ਸੁਸਾਈਡ, ਡਿਪਰੈਸ਼ਨ ਕਰਕੇ। ਇੱਦਾਂ ਹੀ ਜੇ ਆਪਾਂ ਨੂੰ ਡਿਪਰੈਸ਼ਨ, ਸਟ੍ਰੈਸ ਤੋਂ ਬਾਹਰ, ਐਂਜ਼ਾਈਟੀ ਤੋਂ ਬਾਹਰ ਹੋਣੀ ਹੈ ਤਾਂ ਆਪਾਂ ਸਰ ਦੀ ਬੁੱਕ ਰੀਡ ਆਊਟ ਕਰ ਸਕਦੇ ਹਨ। ਦ ਇੰਗਲਿਸ਼ ਬੁੱਕ ਨੇਮ ਇਜ਼ ਮਿੰਤਰਾ ਆਫ ਸਕਸੈਸ। ਯੈਸ ਮਧੁਰਮਾ, today we are going to talk to Dr. Harjinder Singh Walia. He is the CEO of Charddi Kala Time TV and former he was the head of IAS department and center of Punjabi University and head of mass and communication journalism Punjabi University department. Within this he was the president of All India Association Teachers Association. Between 25 delegates he won this award. सो आप उन्होंने गलबात कर रहे हैं। लेट मी गेट अगेन कनेक्टेड टू हिम। थैंक यू मधुरमा, योर बोल्ड लुक्स आर प्रिटी। थैंक यू सो मच फॉर दिस कॉम्प्लीमेंट। सो ਇਹਦੇ ਨਾਲ ਹੀ ਉਹਨਾਂ ਨੇ ਮਤਲਬ ਬਹੁਤ ਲੈਕਚਰਸ ਡਿਲੀਵਰ ਕੀਤੇ ਨੇ, ਜਿਵੇਂ ਕਿ ਆਸਟ੍ਰੇਲੀਆ, ਆਕਲੈਂਡ, ਹਾਲੈਂਡ, ਹਾਂਗਕਾਂਗ ਐਂਡ ਆਰ ਨੇਬਰਹੁੱਡ ਕੰਟਰੀ ਪਾਕਿਸਤਾਨ। ਤੇ ਬੀਇੰਗ ਮੋਟੀਵੇਸ਼ਨਲ ਸਪੀਕਰ, ਉਹ ਬਹੁਤ ਕਾਲਜਿਸ, ਸਕੂਲ ਦੇ ਵਿੱਚ ਸਪੈਸ਼ਲੀ ਗਰਲਸ ਨੂੰ ਬਹੁਤ ਹੀ ਮੋਟੀਵੇਟ ਕਰਦੇ ਨੇ, ਮੋਟੀਵੇਸ਼ਨਲ ਸਪੀਚਿਸ ਦਿੰਦੇ ਨੇ। ਐਂਡ ਪਲੱਸ ਦਿਸ ਉਹਨਾਂ ਦੇ ਬਹੁਤ ਹੀ ਨਿਊਜ਼ਪੇਪਰ ਦੇ ਵਿੱਚ ਆਰਟੀਕਲਸ ਆਉਂਦੇ ਨੇ ਔਨ ਡਿਫਰੈਂਟ ਟੌਪਿਕਸ। ਯੂ ਮੀ ਪੀਪਲ ਕੈਨ ਚੈੱਕ ਆਲਸੋ ਔਨ ਡਿਫਰੈਂਟ ਟੌਪਿਕ, ਡਿਫਰੈਂਟ ਆਰਟੀਕਲਸ ਆਰ ਦੇਅਰ। ਪਲੱਸ his specialization in development communication, plus he is a writer. So as I have told you, he's written so many books. So वो writer ਤਾਂ ਹੋਣਗੇ ਹੀ ਜ਼ਰੂਰ, ਇਹ ਤਾਂ ਮੈਨੂੰ ਦੱਸਣ ਦੀ ਲੋੜ ਹੀ ਨਹੀਂ। ਐਂਡ ਉਹਨਾਂ ਦਾ ਪ੍ਰੋਗਰਾਮ ਵੀ ਆਉਂਦੇ ਨੇ ਚੜ੍ਹਦੀ ਕਲਾ ਟਾਈਮ TV ਦੇ ਵਿੱਚ, ਜਿਹਦਾ ਕਿ ਨਾਮ ਹੈਗਾ ਚੜ੍ਹਦੀ ਕਲਾ ਦੇ ਵਿੱਚ ਹੈਗਾ ਆ ਖਬਰ ਤੇ ਨਜ਼ਰ, ਸੈਕਿੰਡ ਹੈਗਾ ਚਰਚਾ। ਖਬਰ ਤੇ ਨਜ਼ਰ ਦਾ ਟਾਈਮ ਹੈਗਾ ਆ 8:45 to 9:15 AM ਐਂਡ ਚਰਚਾ ਦਾ ਟਾਈਮ ਹੈਗਾ 5:35 PM to 6:15। ਸੋ ਆਪਣੇ ਨਾਲ ਬਸ ਬਹੁਤ ਜਲਦ ਲਾਈਵ ਹੋਣ ਜਾ ਰਹੇ ਨੇ ਸਰ।
ਤੁਹਾਡੇ ਕੋਈ ਵੀ ਕੁਐਸਚਨਸ ਹੋਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਡ੍ਰੌਪ ਕਰ ਸਕਦੇ ਹੋ। ਸੋ ਲੈਟਸ ਵੇਟ। ਆਪਣੀ ਇੰਨੀ ਮਹਾਨ ਸ਼ਖਸੀਅਤ ਦਾ ਆਪਾਂ ਵੇਟ ਕਰਦੇ ਆ, ਵੇਟ ਕਰਨਾ ਬਣਦਾ ਵੀ ਆ। ਇੰਨੇ ਮਹਾਨ ਇਨਸਾਨ ਨੇ, ਇੰਨਾ ਕੁਝ ਹੈਂਡਲ ਕਰ ਰਹੇ ਨੇ ਆਪਣੇ ਵਾਸਤੇ, ਐਂਡ ਇੰਨੇ ਜ਼ਿਆਦਾ ਸੂਝਵਾਨ ਇਨਸਾਨ, ਜੇ ਆਪਾਂ ਕਹੀਏ ਬਹੁਤ ਹੀ ਸੂਝਵਾਨ ਇਨਸਾਨ ਆ, ਜਿਨ੍ਹਾਂ ਨਾਲ ਕਿ ਬਹਿਸ ਕਰਨਾ ਨਾਮੁਮਕਿਨ ਆ, ਕਿਉਂਕਿ ਉਹਨਾਂ ਕੋਲ ਹਰ ਕੁਐਸਚਨ ਦਾ ਆਨਸਰ ਹੁੰਦਾ ਆ। ਸੋ ਆਈ ਐਮ ਜਸਟ ਵੇਟਿੰਗ ਕਿ ਨੈਟ ਕਨੈਕਟ ਹੋ ਜੇ ਜਲਦੀ। ਤੁਹਾਨੂੰ ਕੋਈ ਵੀ ਕੁਐਸਚਨ ਹੋਵੇ ਡਾਕਟਰ ਹਰਜਿੰਦਰ ਸਿੰਘ ਵਾਲੀਆ ਤੋਂ, ਤੁਸੀਂ ਕਮੈਂਟ ਬਾਕਸ ਦੇ ਵਿੱਚ ਡ੍ਰੌਪ ਕਰ ਸਕਦੇ ਹੋ। ਐਨੀ ਕੁਐਰੀਜ਼ or question you want to ask Dr. Harjinder Singh Walia, you people can drop your comment in the comment box. You can ask him anything, any question related to any topic, not only coronavirus or something like that, any topic. I hope there should be no network. ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਥੋੜਾ ਜਿਹਾ ਪਾਣੀ ਪੀਤਾ ਜਾਵੇ, ਕਿਉਂਕਿ ਤੁਸੀਂ ਤਾਂ ਬੋਲਣ ਦਾ ਮੌਕਾ ਦੇਣਾ ਹੀ ਨਹੀਂ, ਇੰਨੇ ਸੂਝਵਾਨ ਹੋ, ਹਰ ਗੱਲ ਦਾ ਤੁਹਾਡੇ ਕੋਲ ਜਵਾਬ ਹੈਗਾ ਆ। ਸੋ ਮੈਂ ਪਹਿਲਾਂ ਹੀ એનર્ਜੀ ਪੂਰੀ ਫੁੱਲ ਕਰ ਬੰਦਾ ਜ਼ਿਆਦਾ ਬੋਲਦਾ ਹੁੰਦਾ। ਹਾਂਜੀ, ਸੂਝਵਾਨ ਬੰਦੇ ਜ਼ਿਆਦਾ ਬੋਲਦੇ ਹੁੰਦੇ ਨੇ। ਸੂਝਵਾਨ ਬੰਦੇ ਜ਼ਿਆਦਾ ਨਹੀਂ ਬੋਲਦੇ, ਬਟ ਉਹ ਕਿਸੇ ਨੂੰ ਬੋਲਣ ਨਹੀਂ ਦਿੰਦੇ। ਜੇ ਕੋਈ ਗਲਤ ਬੋਲੇ ਜਾਂ ਕੋਈ ਵੀ ਹਿਚਕਿਚ ਕਰੇ, ਉਹਨੂੰ ਬੋਲਣ ਨਹੀਂ ਦਿੰਦੇ। ਸੂਝਵਾਨ ਦੀ ਇਹ ਤਾਂ ਕਲਾਕਾਰੀ ਹੁੰਦੀ ਆ, ਤੇ ਤੁਹਾਡੇ ਤੋਂ ਵੱਧ ਸੂਝਵਾਨ ਹੋ ਵੀ ਨਹੀਂ ਕੋਈ ਸਕਦਾ, ਕਿਉਂਕਿ ਤੁਸੀਂ ਇੰਨੇ ਜਿਹੜਾ ਮਰਜ਼ੀ ਆ ਜਾਏ ਤੁਹਾਡੇ ਸਾਹਮਣੇ, ਆਈ ਥਿੰਕ ਨੋ ਵਨ ਕੈਨ ਡਿਫੀਟ ਯੂ। ਨਹੀਂ ਕੋਈ ਐਸੀ ਗੱਲ ਨਹੀਂ ਹੈ। ਚਲੋ ਨਹੀਂ ਸਰ, ਗੁਰੂ ਹੋ ਤੁਸੀਂ ਮੈਨੂੰ ਹਮੇਸ਼ਾ ਹਰ ਚੀਜ਼ 'ਚ ਸਹੀ ਰਾਹ ਦਿੱਤਾ। ਇਹ ਨਹੀਂ ਕੀਤਾ ਕਿ ਹਾਂ ਜੋ ਮੈਂ ਕਰ ਪਾ ਰਿਹਾ ਤੂੰ ਵੀ ਉਹਦੇ ਪਿੱਛੇ ਚੱਲ। ਤੁਸੀਂ ਮੈਨੂੰ ਹਮੇਸ਼ਾ ਸਹੀ ਗਾਈਡ ਕੀਤਾ ਕਿ ਜੋ ਤੇਰੇ ਵਾਸਤੇ ਸਹੀ ਹੈ ਤੂੰ ਉਹ ਕਰ। So that's why, sir, I salute you for this. Thank you so much, sir. Thank you. Even मैं ये कहूँगी कि जे आज मैं ਇੱਥੇ ਆ, ਇਹ ਇੰਨਾ ਕੁ ਵੀ ਲਾਈਵ ਕਰ ਰਹੀ ਹਾਂ, it's all due to you. ਇਹ confidence, the way of talking ਸਭ ਤੁਹਾਡੇ ਕਰਕੇ ਆ। ਸਭ ਤੁਸੀਂ ਹੀ ਇੰਨਾ ਮੈਨੂੰ ਮੋਟੀਵੇਸ਼ਨ ਦਿੱਤਾ ਹੋਇਆ ਆ। Thank you again once. ਪਰ ਮੈਂ ਤਾਂ ਇੱਕ ਗੱਲ ਹੋਰ ਵੀ ਕਹੀ ਸੀ ਕਿ ਆਪਦਾ ਇੱਕ ਏਮ ਬਣਾਓ, ਸਿਰਫ ਉਹਦੇ ਤੇ ਇੱਕੋ ਡਾਇਰੈਕਸ਼ਨ 'ਚ ਚੱਲੋ। ਬਿਲਕੁਲ ਸਰ, ਬਿਲਕੁਲ। ਮੈਂ ਕਦੇ ਵੀ ਇਹ ਨਹੀਂ ਕਿਹਾ ਵੀ ਆਹ ਵੀ ਕਰਨਾ, ਇਹ ਵੀ ਕਰਨਾ। ਮੈਂ ਕਹਿੰਦਾ ਯੂ ਮਸਟ ਹੈਵ ਯੂਰ ਗੋਲ, ਐਂਡ ਜਿਹੜਾ ਤੁਹਾਡਾ ਗੋਲ ਆ ਉਹਦੇ ਤੇ ਪਿੱਛੇ ਤੁਸੀਂ, ਜਿਵੇਂ ਅਰਜਨ ਨੂੰ ਸਿਰਫ ਮੱਛੀ ਦੀ ਅੱਖ ਦਿਖਦੀ ਸੀ, ਉਸੇ ਤਰ੍ਹਾਂ ਤੁਹਾਨੂੰ ਆਪਣਾ ਟਾਰਗੇਟ ਦੇਖਣਾ ਚਾਹੀਦਾ ਹੈ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ। ਜੀ ਸਰ, ਇਹੀ ਤੁਹਾਡੀ ਬੁੱਕ ਦੇ ਵਿੱਚ ਮਿੰਤਰ ਆਫ ਸਕਸੈਸ, ਜਿੱਤ ਦਾ ਮੰਤਰ, ਇਹਦੇ ਵਿੱਚ ਤੁਸੀਂ ਮੇਨ ਇਹੀ ਸਿਖਾਇਆ। ਮੈਂ ਥੋੜੀ ਪੜ੍ਹੀ ਜ਼ਰੂਰ ਆ, ਮੈਂ ਝੂਠ ਨਹੀਂ ਬੋਲੂੰਗੀ ਕਿ ਮੈਂ ਸਾਰੀ ਪੜ੍ਹੀ ਆ, ਬਟ ਥੋੜੀ ਜ਼ਰੂਰ ਪੜ੍ਹੀ ਆ। ਸੋ ਉਹਦੇ ਵਿੱਚ ਵੀ ਤੁਸੀਂ ਇਹੀ ਦੱਸਿਆ ਆ ਕਿ ਆਪਣਾ ਇੱਕ ਏਮ ਹੁੰਦਾ, ਏਮ ਤੇ ਆਪਣਾ ਪੂਰਾ ਫੋਕਸ ਰੱਖੋ, ਤੁਹਾਨੂੰ 100% ਉਹ ਏਮ ਮਿਲੂਗਾ ਹੀ ਮਿਲੂਗਾ। ਕੋਈ ਦੁਨੀਆ ਦੀ ਰੁਕਾਵਟ ਤੁਹਾਨੂੰ ਰੋਕ ਨਹੀਂ ਸਕਦੀ। ਉਹਦੇ ਚ ਮੇਜਰ ਸਾਹਿਬ ਇੱਕ ਹੁੰਦਾ ਲਾਅ ਆਫ ਅਟਰੈਕਸ਼ਨ। ਜੀ ਸਰ, ਲਾਅ ਆਫ ਅਟਰੈਕਸ਼ਨ ਦੇ ਬੇਸ ਤੇ ਉਹ ਕਿਤਾਬ ਹੈ। ਜੀ, ਜੋ ਜਿਨ੍ਹਾਂ ਨੂੰ ਨਹੀਂ ਸਮਝ ਆਉਂਦਾ, ਹੁਣ ਟਾਈਮ ਘੱਟ ਹੈ, ਉਹਨਾਂ ਨੂੰ ਮੈਂ ਸਮਝਾਵਾਂ ਕਿ ਜਿਸਨੇ ਵੀ ਓਮ ਸ਼ਾਂਤੀ ਓਮ ਦੇਖੀ ਹੈ, ਉਹ ਫਿਲਮ ਲਾਅ ਆਫ ਅਟਰੈਕਸ਼ਨ ਦੇ ਬੇਸਡ ਹੈ। ਉਹਦੇ ਵਿੱਚ ਇੱਕ डायलॉग है कि जिस बात को हम दिल से चाहते हैं सारी कायनात उसको मिलाने में जुट जाती है। बिल्कुल उसी तरीके नाल एक एम बना लो जिंदगी दे विच, उस एम नूं तुसीं दिन रात सौंदे जागदे उठदे बहंदे ਉਹਦੇ ਬਾਰੇ ਸੋਚੋ, ਸ਼ਿੱਦਤ ਨਾਲ ਸੋਚੋ, ਉਹਦੀ ਤਸਵੀਰ ਦੇਖੋ, ਔਰ ਉਹ ਤਸਵੀਰ ਜਿਹੜੀ ਲਗਾਤਾਰ ਦੇਖੋਗੇ ਤਾਂ ਨੇਚਰ ਜਿਹੜੀ ਹੈ ਤੁਹਾਨੂੰ ਤੁਹਾਡਾ ਏਮ ਹੈ ਪੂਰਾ ਕਰਨ ਲਈ ਰਸਤਾ ਦੇਣਾ ਸ਼ੁਰੂ ਕਰ ਦੇਗੀ। ਬਿਲਕੁਲ ਲਾਅ ਆਫ ਅਟਰੈਕਸ਼ਨ। ਜੀ, ਕਈ ਕਿਸਮ ਦੇ ਲਾਅ ਹੁੰਦੇ ਨੇ, ਜਿਵੇਂ ਲਾਅ ਆਫ ਅਟੈਂਸ਼ਨ ਹੁੰਦਾ ਹੈ, ਲਾਅ ਆਫ ਗ੍ਰੈਵਿਟੇਸ਼ਨ ਹੁੰਦਾ ਹੈ। ਖਿੱਚ ਦਾ ਸਿਧਾਂਤ ਵੀ ਉਸ ਤਰ੍ਹਾਂ ਦਾ ਹੈ। ਲਾਅ ਆਫ ਅਟੈਂਸ਼ਨ ਮੀਨਸ ਤੁਸੀਂ ਸਕੂਲ 'ਚ ਪੜ੍ਹਦੇ ਸੀ, ਤੁਹਾਡੇ ਮਦਰ ਫਾਦਰ ਗਏ ਸਕੂਲ 'ਚ, ਟੀਚਰ ਕਹਿੰਦੀ ਹੈ ਇਹਦੇ ਵੱਲ ਧਿਆਨ ਦਿਓ, ਜਾਂ ਜੀ ਮੈਥ ਵੀਕ ਹੈ ਉਹਦੇ ਵੱਲ ਹੋਰ ਧਿਆਨ ਦਿਓ। ਚਾਹੇ ਕੋਈ ਰਿਲੇਸ਼ਨਸ਼ਿਪ ਹੋਵੇ ਤੇ ਚਾਹੇ ਕੋਈ ਕੰਮ ਹੋਵੇ,
ਜਿਹੜੀ ਚੀਜ਼ 'ਚ ਅਸੀਂ ਧਿਆਨ ਦੇਵਾਂਗੇ ਉੱਥੇ ਕਾਮਯਾਬੀ ਮਿਲਦੀ ਹੈ। ਇਹ ਲਾਅ ਆਫ ਅਟਰੈਕਸ਼ਨ ਹੁੰਦੀ ਹੈ। ਜੇ ਆਪਾਂ ਉੱਤੋਂ ਜੱਪ ਮਾਰਦੇ ਆ ਥੱਲੇ ਡਿੱਗਣੇ ਕਿਉਂਕਿ ਧਰਤੀ ਖਿੱਚਦੀ ਹੈ, ਲਾਅ ਆਫ ਗ੍ਰੈਵਿਟੇਸ਼ਨ ਹੈ। ਤੇ ਇੱਕ ਜਿਹੜਾ ਸਕਸੈਸ ਦਾ ਲਾਅ ਹੈ ਉਹਨੂੰ ਲਾਅ ਆਫ ਅਟਰੈਕਸ਼ਨ ਕਹਿੰਦੇ ਨੇ। ਜਿਹੜੀ ਚੀਜ਼ ਤੁਸੀਂ ਚਾਹੁੰਦੇ ਹੋ ਉਸ ਨੂੰ ਦਿਲੋਂ ਚਾਹਤ ਤੁਹਾਡੀ ਹੋਵੇ, ਲਗਾਤਾਰ ਸੋਚੋ, ਸ਼ਿੱਦਤ ਨਾਲ ਸੋਚੋ, ਤਾਂ ਤੁਹਾਨੂੰ ਉਹ ਚੀਜ਼ ਮਿਲ ਜਾਂਦੀ ਹੈ, ਕਿਉਂਕਿ ਤੁਹਾਡਾ ਲਾਅ ਆਫ ਅਟਰੈਕਸ਼ਨ ਲੱਗਣਾ ਸ਼ੁਰੂ ਹੋ ਜਾਂਦਾ ਹੈ। ਸੋ ਜ਼ਿੰਦਗੀ ਦੇ ਵਿੱਚ ਤੁਹਾਡੇ ਇਸ ਗਰੁੱਪ ਨੂੰ ਇੱਕ ਆਪਣਾ ਏਮ ਬਣਾਉਣਾ ਚਾਹੀਦਾ ਸਕਸੈਸ ਲਈ। ਜੋ ਵੀ ਤੁਸੀਂ ਚਾਹੁੰਦੇ ਹੋ, ਦੌਲਤ, ਸ਼ੋਹਰਤ ਜਾਂ ਤੁਸੀਂ ਪਾਵਰ, ਜੋ ਵੀ ਚਾਹੁੰਦੇ ਹੋ। ਵੈਸੇ ਬੰਦਾ ਜ਼ਿੰਦਗੀ 'ਚ 3 ਚੀਜ਼ਾਂ ਚਾਹੁੰਦਾ ਹੁੰਦਾ ਹੈ। ਉਹ ਚਾਹੁੰਦਾ ਹੁੰਦਾ ਪਪੂਲੈਰਿਟੀ, ਸ਼ੋਹਰਤ, ਉਹ ਚਾਹੁੰਦਾ ਹੁੰਦਾ ਦੌਲਤ, ਪੈਸਾ, ਉਹ ਚਾਹੁੰਦਾ ਸੱਤਾ, ਪਾਵਰ। ਇਹ ਤਿੰਨੇ ਚੀਜ਼ਾਂ ਐਸੀਆਂ ਨੇ ਜੇ ਇੱਕ ਆ ਜੇ ਬਾਕੀ 2 ਭੈਣਾਂ ਉਹਦੇ ਨਾਲ ਆ ਜਾਂਦੀਆਂ ਨੇ। ਤਾਂ ਇਸ ਕਰਕੇ ਕੋਈ ਇੱਕ ਚੀਜ਼ ਤੇ ਜਦੋਂ ਤੁਸੀਂ ਕੰਸੰਟਰੇਟ ਕਰਦੇ ਹੋ ਤੇ ਜਦੋਂ ਲਗਾਤਾਰ ਉਹਦੇ ਬਾਰੇ ਸੋਚਣਾ ਸ਼ੁਰੂ ਕਰਦੇ ਹੋ ਤੇ ਮਿਹਨਤ ਕਰਨੀ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਸਕਸੈਸ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਹ ਅੱਜ ਦੀ ਪੀੜ੍ਹੀ ਨੂੰ ਸਮਝ ਲੈਣਾ ਚਾਹੀਦਾ ਕਿ ਸਕਸੈਸ ਕਦੋਂ ਮਿਲਦੀ ਹੈ, ਜਦੋਂ ਤੁਹਾਨੂੰ ਇਹ ਪਤਾ ਹੋਵੇ ਤੁਸੀਂ ਪਹੁੰਚਣਾ ਕਿੱਥੇ ਹੈ, ਤੁਹਾਡਾ ਏਮ ਕੀ ਹੈ, ਤੁਹਾਡੀ ਮੰਜ਼ਿਲ ਕੀ ਹੈ, ਤੁਹਾਡਾ ਆਦੇਸ਼ ਕੀ ਹੈ, ਤੁਸੀਂ ਜਾਣਾ ਕਿੱਥੇ ਹੈ। ਜਿੱਥੇ ਜਾਣਾ ਤਾਂ ਰਸਤਾ ਤਾਂ ਮਿਲੂ ਨਾ। ਤਾਂ ਇਸ ਕਰਕੇ ਪ੍ਰੋਬਲਮ ਜਿਹੜੀ ਇਹ ਹੈ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੇਜਰ ਮੈਂ 1000 ਬੱਚੇ ਨੂੰ ਪੁੱਛਿਆ ਕਿ ਹੈਵ ਯੂ ਰਿਟਨ ਸਮਵੇਅਰ ਯੋਰ ਏਮ, ਉਹ ਚ ਮੈਨੂੰ ਸਿਰਫ 1.5% ਨੇ ਕਿਹਾ ਸੀ ਕਿ ਮੈਂ ਹਾਂਜੀ ਅਸੀਂ ਆਪਣਾ ਏਮ ਲਿਖਿਆ ਹੋਇਆ। ਤੇ ਉਹਦੇ ਚੋਂ ਮੈਨੂੰ ਬਹੁਤ ਘੱਟ ਤਕਰੀਬਨ 13% ਐਸੇ ਮਿਲੇ ਸੀ ਜਿਨ੍ਹਾਂ ਨੇ ਕਿਹਾ ਸੀ ਅਸੀਂ ਸੋਚਿਆ ਹੋਇਆ ਅਸੀਂ ਕਰਨਾ ਕੀ ਹੈ ਜ਼ਿੰਦਗੀ 'ਚ। ਇਹਦਾ ਮਤਲਬ 85% ਲੋਕ ਤਾਂ ਐਸੇ ਸੀ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਉਹ ਯੂਨੀਵਰਸਿਟੀ 'ਚ ਆਏ ਕੀ ਕਰਨੇ, ਉਹਨਾਂ ਦਾ ਏਮ ਕੀ ਹੈ। ਤਾਂ ਇਸ ਕਰਕੇ ਮੈਂ ਬਾਰ-ਬਾਰ ਕਹਿਣਾ ਹੈ ਅੱਜ ਦੀ ਪੀੜ੍ਹੀ ਨੂੰ ਕਿ ਜੇ ਤੁਸੀਂ ਸਕਸੈਸ ਚਾਹੁੰਦੇ ਹੋ ਤਾਂ ਪਹਿਲਾ ਮੰਤਰ ਹੈ ਜਿਹੜਾ ਉਹ ਹੈਗਾ ਤੁਹਾਨੂੰ ਕੋਈ ਨਾ ਕੋਈ ਤੁਹਾਡਾ ਏਮ ਹੋਣਾ ਚਾਹੀਦਾ। ਜਦੋਂ ਤੁਹਾਡੇ ਕੋਲ ਪਹਿਲਾ ਮੰਤਰ ਮਿਲ ਗਿਆ ਤੁਹਾਨੂੰ, ਫਿਰ 7D ਦਾ ਜਿਹੜਾ ਮੇਰਾ ਫਾਰਮੂਲਾ ਹੈ, ਫਿਰ ਉਹ ਡੈਡੀਕੇਸ਼ਨ ਦਾ, ਡਿਟਰਮੀਨੇਸ਼ਨ ਦਾ, ਡੈਡਲਾਈਨ ਦਾ ਉਹ ਮੰਤਰ ਚੱਲਦੇ ਨੇ। ਮਤਲਬ ਤੁਸੀਂ ਸਵੇਰੇ ਉੱਠਦੇ ਹੋ, ਸਵੇਰੇ ਉੱਠਣ ਸਾਰ ਇੱਕ MST ਹੁੰਦਾ ਹੈ। MST ਲਿਖੋ ਅੱਜ ਦੇ ਦਿਨ ਦਾ, ਉਹ ਹੁੰਦਾ ਮੋਸਟ ਇੰਪੋਰਟੈਂਟ ਟਾਸਕ ਆਫ ਦਾ ਡੇ। MST ਅੱਜ ਮੈਂ ਕੀ ਕਰਨਾ ਹੈ ਇਹ ਲਿਖੋ। ਤੇ ਫਿਰ ਉਦੋਂ ਘੱਟ ਸਪੋਜ਼ ਅੱਜ ਦਿਨ ਉੱਠਣ ਤੋਂ ਬਾਅਦ 5 ਟਾਸਕ ਦਿਨ ਦੇ ਕਰ ਲਏ। ਜਦੋਂ ਤੁਸੀਂ ਰਾਤ ਨੂੰ ਸੌਣਾ ਤੁਸੀਂ ਦੇਖੋ ਜਿਹੜੇ ਤੁਸੀਂ ਟਾਸਕ ਸੋਚੇ ਸੀ ਉਹ ਪੂਰੇ ਕੀਤੇ ਕਿ ਨਹੀਂ ਕੀਤੇ, ਤੇ ਤੁਹਾਡੀ ਸਕਸੈਸ ਤਾਂ ਹੋ ਜਾਊਗੀ। ਹੁਣ ਹੁੰਦਾ ਕੀ ਹੈ, ਸਵੇਰੇ ਉੱਠਦੇ ਆ ਪਤਾ ਹੀ ਨਹੀਂ ਹੁੰਦਾ ਜਾਣਾ ਕਿੱਥੇ ਹੈ, ਤੇ ਸੁਬਹ ਹੋਤੀ ਹੈ, ਸ਼ਾਮ ਹੋਤੀ ਹੈ, ਜ਼ਿੰਦਗੀ ਯੂੰ ਹੀ ਤਮਾਮ ਹੋਤੀ ਹੈ, ਬਾਅਦ ਚ ਪਤਾ ਲੱਗਦਾ ਜ਼ਿੰਦਗੀ ਤਾਂ ਗਈ। ਤੇ ਜੇ ਕਿਸੇ ਨੇ ਕੁਝ ਕਰਨਾ ਇਸ ਤਰ੍ਹਾਂ ਨਹੀਂ। ਹੁਣ ਇਹਨਾਂ ਦਿਨਾਂ ਚ ਮੁੰਡਾ ਉਹ ਜਿਹੜਾ ਗਿਆ 34 ਸਾਲ ਦਾ ਸੁਸ਼ਾਂਤ ਰਾਜਪੂਤ, ਅੱਜ ਮੈਂ ਉਹਦੇ ਸੁਪਨਿਆਂ ਦੀ ਲਿਸਟ ਪੜ੍ਹ ਰਿਹਾ ਸੀ, ਉਹਦੇ 50 ਸੁਪਨੇ ਦੀ ਲਿਸਟ ਉਹਨੇ ਸੋਸ਼ਲ ਮੀਡੀਆ ਤੇ ਪਾਈ ਸੀ। ਬੰਦਾ ਜ਼ਿੰਦਗੀ 'ਚ ਵੱਡਾ ਸੁਪਨੇ ਸਾਜ ਹੋਣਾ ਚਾਹੀਦਾ ਜਿਹਨੇ ਤਰੱਕੀ ਕੀਤੀ ਹੈ। ਵਨ ਸ਼ੁਡ ਬੀ ਅ ਡ੍ਰੀਮਰ, ਬਿਗ ਡ੍ਰੀਮਰ। ਜਿੱਡਾ ਵੱਡਾ ਡ੍ਰੀਮਰ ਹੋਏਗਾ ਉਡੀ ਵੱਡੀ ਸਕਸੈਸ ਹੋਏਗੀ। ਉਹ ਮੁੰਡਾ, ਮੈਨੂੰ ਹਾਲੇ ਵੀ ਡਾਊਟ ਹੈ ਕਿ ਉਹ ਬੰਦੇ ਨੇ ਸੁਸਾਈਡ ਕੀਤਾ। ਰੀਜ਼ਨ ਇਹੀ ਹੈ ਕਿ ਸੁਸਾਈਡ ਕਰਨ ਲਈ ਜਿਹੜਾ ਨਾ ਕਮੀ ਹੁੰਦੀ ਹੈ ਕਿਸੇ ਚੀਜ਼ ਦੀ, ਬੰਦਾ ਕੱਲਾ ਹੁੰਦਾ, ਲੋਨਲੀਨੈਸ ਹੁੰਦੀ ਹੈ, ਜਾਂ ਉਹਦੇ ਕੋਲ ਪੈਸੇ ਦੀ ਕਮੀ ਹੁੰਦੀ ਹੈ, ਉਹਦੇ ਕੋਲ ਸ਼ੋਹਰਤ ਦੀ ਕਮੀ ਹੁੰਦੀ ਹੈ, ਉਹਦੇ ਕੋਲ ਸਾਰੀਆਂ ਚੀਜ਼ਾਂ ਸੀ, ਉਹ ਨਹੀਂ ਜਾ ਸਕਦਾ। ਉਹਦੇ ਕੋਲ ਸੁਪਨੇ ਸੀ। ਜਿਹੜੇ ਬੰਦੇ ਕੋਲ ਸੁਪਨੇ ਹੁੰਦੇ ਨੇ ਉਹ ਕਦੇ ਨਹੀਂ ਜਾਂਦਾ ਜ਼ਿੰਦਗੀ ਚੋਂ। ਸੋ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਕੋਈ ਨਾ ਕੋਈ ਗੜਬੜ ਹੋਈ ਹੈ ਉੱਥੇ, ਉਹ ਪਤਾ ਚੱਲ ਜਾਏਗਾ ਹੌਲੀ ਹੌਲੀ। ਸੋ ਫਿਰ ਉੱਥੇ ਆਉਣੇ ਆ। ਜੇ ਕਿਸੇ ਨੇ ਕੁਛ ਕਰਨਾ, ਹਰ ਬੰਦਾ ਕੁਛ ਨਾ ਕੁਛ ਕਰਨਾ ਚਾਹੁੰਦਾ ਹੈ, ਤੇ ਜੇ ਕਰਨਾ ਤਾਂ ਜਿਸ ਕੰਮ ਨੂੰ ਤੁਸੀਂ ਕਰਨਾ ਚਾਹੁੰਦੇ ਹੋ ਉਸ ਕੰਮ ਦੇ ਵਿੱਚ ਜਨੂਨ ਦੀ ਹੱਦ ਤੱਕ ਚਲੇ ਜਾਓ ਜੀ। ढूंढी नहीं मिलती राही को मंजिल, एक जुनून सा दिल में उठाना होता है। पूछा चिड़िया से कैसे बना ये आशियाना, बोली परनी भरनी पड़ती है डांड बार बार, तिनका तिनका उठाना होता है। ये तो जुनून के लेवल ਤੇ ਚੱਲਣਾ ਪੈਂਦਾ। ਸੋ ਜਨੂਨ ਹੋਣਾ ਚਾਹੀਦਾ। तो मैं आस करदा कि ਤੁਹਾਡੀ ਜਨਰੇਸ਼ਨ 'ਚ ਕਿਸੇ ਵੀ ਕੰਮ ਲਈ, ਕੋਈ ਵੀ ਕੰਮ ਹੈ ਉਹਦੇ ਲਈ ਜਨੂਨ ਹੋਏਗਾ ਤੇ ਤੁਹਾਨੂੰ ਕਾਮਯਾਬੀ ਮਿਲੇਗੀ।
ਸਰ ਇੱਕ ਬੜਾ ਇੰਪੋਰਟੈਂਟ ਕੁਐਸਚਨ ਆਇਆ ਕਾਸ਼ ਕੌਰ ਵੱਲੋਂ ਕਿ ਡਿਪਰੈਸ਼ਨ ਦਾ ਤੇ ਕੁਝ ਦੱਸੋ ਸਰ, ਵੀ ਡਿਪਰੈਸ਼ਨ ਚੋਂ ਕਿਵੇਂ ਬਾਹਰ ਨਿਕਲਿਆ ਜਾਵੇ, ਕਿਉਂਕਿ ਦੇਖਿਆ ਗਿਆ ਕਿ ਅੱਜ ਕੱਲ ਸਾਡੀ ਪੀੜ੍ਹੀ ਦੇ ਵਿੱਚ ਡਿਪਰੈਸ਼ਨ, ਐਂਜ਼ਾਈਟੀ, ਸਟ੍ਰੈਸ ਇੱਕ ਸੈਕਿੰਡ 'ਚ ਹੀ ਹੋ ਜਾਂਦਾ ਆ, ਮਤਲਬ ਸਹਿਣ ਸ਼ਕਤੀ ਹੀ ਨਹੀਂ ਹੈਗੀ ਸਾਡੀ ਪੀੜ੍ਹੀ ਦੇ ਵਿੱਚ। ਸੋ ਉਹਦੇ ਬਾਰੇ ਜ਼ਰੂਰ ਦੱਸੋ। ਮੇਜਰ ਸਾਹਿਬ, ਮੇਜਰ ਪ੍ਰਤਾਪ ਜੀ, ਡਿਪਰੈਸ਼ਨ ਹੋਵੇ ਹੀ ਕਿਉਂ ਤੁਹਾਡੀ ਪੀੜ੍ਹੀ ਨੂੰ? ਇਹਦਾ ਮਤਲਬ ਤਾਂ ਹੀ ਤਾਂ ਕਹਿੰਦੇ ਡਿਪਰੈਸ਼ਨ ਉਦੋਂ ਹੁੰਦਾ ਜਦੋਂ ਤੁਹਾਡੇ ਕੋਲ ਕਰਨ ਨੂੰ ਕੁਝ ਨਾ ਹੋਵੇ। ਤੁਸੀਂ ਫੀਲ ਕਰੋ ਕਿ ਮੇਰੀ ਤਾਂ ਜ਼ਿੰਦਗੀ 'ਚ ਕੋਈ ਅਹਿਮੀਅਤ ਨਹੀਂ ਹੈ। ਜਦੋਂ ਤੁਹਾਨੂੰ ਇਸ ਕਿਸਮ ਦੀ ਫੀਲਿੰਗ ਆਉਂਦੀ ਹੈ ਤਾਂ ਫਿਰ ਤੁਸੀਂ ਡਿਪਰੈਸ ਹੁੰਦੇ ਹੋ। ਬੜੀ ਸੌਖੀ ਗੱਲ ਹੈ। ਮੈਂ ਕਹਿਣਾ ਫਾਰਮੂਲਾ ਅਪਣਾਓ ਜਿਹੜਾ ਮੇਰੇ ਕੋਲ ਹੈ। ਇੱਕ ਵੱਡਾ ਏਮ, ਲੌਂਗ ਟਰਮ, ਲਾਈਫ ਦਾ ਏਮ, ਫਿਰ ਸ਼ਾਰਟ ਟਰਮ ਏਮ, ਸ਼ਾਰਟ ਟਰਮ ਗੋਲ 1 ਸਾਲ ਦਾ, 1.5 ਸਾਲ ਦਾ, ਫਿਰ 1 ਮਹੀਨੇ ਦਾ, ਤੇ ਤੁਸੀਂ 1 ਦਿਨ ਦਾ ਗੋਲ ਬਣਾ ਲਓ। ਮੇਰੇ ਕੋਲ ਇਸ ਤਰ੍ਹਾਂ ਇੱਕ ਸਵਾਲ ਆਇਆ ਜਿਵੇਂ ਤੁਸੀਂ ਕੀਤਾ ਹੈ ਕਿ ਜੀ ਮੈਂ ਸਵੇਰੇ ਸਵੇਰੇ ਬਹੁਤ ਨੈਗੇਟਿਵ ਸੋਚਦੀ ਹਾਂ, ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੀ ਹਾਂ। ਮੈਂ ਕਿਹਾ ਵੀ ਗੱਲ, ਅਨਪੜ੍ਹ ਸੰਤ ਸਾਡੇ ਕੋਲ ਕੋਈ ਚਲਾ ਗਿਆ, ਉਹਨੂੰ ਕਹਿੰਦਾ ਜੀ ਮੈਂ ਡਿਪਰੈਸ਼ਨ 'ਚ, ਉਹਨੂੰ ਨਹੀਂ ਪਤਾ ਡਿਪਰੈਸ਼ਨ ਕੀ ਹੁੰਦਾ। ਉਹ ਕਹਿੰਦਾ ਜੀ ਮੇਰਾ ਤਾਂ ਮਰਨ ਨੂੰ ਦਿਲ ਕਰਦਾ, ਮੈਂ ਉਦਾਸ ਰਹਿਣੀ ਹੈ। ਸੰਤ ਕਹਿੰਦਾ ਚੱਕ ਇਲਾਇਚੀ, ਜਦੋਂ ਵੀ ਤੇਰੇ ਮਨ 'ਚ ਆਵੇ 1 ਇਲਾਇਚੀ ਮੂੰਹ 'ਚ ਪਾ ਲਈ। ਹੁਣ ਇੱਕੋ ਹੀ ਇਲਾਇਚੀ ਹੈ, ਉਹਦੇ ਨਾਲ ਡਿਪਰੈਸ਼ਨ ਦਾ ਇਲਾਜ ਵੀ ਹੈ। ਤੇ ਇੱਕ ਦੂਜੀ ਬੁੜੀ ਚਲੀ ਗਈ, ਕਹਿੰਦੀ ਮੇਰੀ ਸੱਸ ਬਹੁਤ ਲੜਦੀ ਹੈ। ਫਿਰ ਉਹ ਕਹਿੰਦਾ ਤੂੰ ਵੀ ਲੜਦੀ ਹੈ? ਕਹਿੰਦਾ ਮੈਂ ਵੀ ਲੜਦੀ ਹਾਂ। ਆ ਚੱਕ ਇਲਾਇਚੀ ਮੂੰਹ 'ਚ ਪਾ ਲਿਆ ਕਰ। ਹੁਣ ਉਹਦਾ ਵੀ ਇਲਾਜ ਹੋਈ। ਉਹਨੂੰ ਹੋਰ ਕੁਝ ਆਉਂਦਾ ਨਹੀਂ ਸੀ, ਪਰ ਉਹ ਮਾਨਸਿਕ ਤੌਰ ਤੇ ਸਮਝਦਾ ਸੀ। ਜਦੋਂ ਨੂੰ ਮੂੰਹ 'ਚ ਇਲਾਇਚੀ ਪਾ ਲੈਂਦੀ ਸੀ, ਸੱਸ ਬੋਲੀ ਜਾਂਦੀ ਸੀ, ਪਰ ਉਹ ਬੋਲਦੀ ਨਹੀਂ ਸੀ ਕਿਉਂਕਿ ਮੂੰਹ 'ਚ ਇਲਾਇਚੀ ਹੈ। ਉਹਨੇ ਸੰਤ ਨੇ ਕਿਹਾ, ਉਹ 2-4 ਦਿਨਾਂ ਬਾਅਦ ਸੱਤ ਲੜਨੋਂ ਹਟ ਗਈ। ਸੱਸ ਦੀ ਕਰਾਮਾਤ ਹੋ ਗਈ, ਜਿਹੜੇ ਸੰਤ ਜੀ ਨੇ ਕਿਹਾ ਸੀ। ਉਵੇਂ ਹੀ ਉਹ ਬੰਦਾ ਕਹਿੰਦਾ ਮੂੰਹ 'ਚ ਇਲਾਇਚੀ ਪਾ ਲਓ। ਤਾਂ ਕਹਿੰਦੀ ਜੀ ਫਿਰ ਕੀ ਕਰੀਏ? ਕਹਿੰਦਾ ਬਈ ਤੂੰ ਜੋ ਵੀ ਤੇਰੀ ਸੋਚ ਹੈ ਉਹ ਬਦਲ ਲੈਣੀ ਹੈ। ਜਿੰਨਾ ਤੇਰੇ ਮੂੰਹ 'ਚ ਇਲਾਇਚੀ ਹੈ ਨਾ, ਤੂੰ ਸੋਚਣਾ ਇਹ ਹੈ ਕਿ ਤੂੰ ਪੋਜ਼ਿਟਿਵ ਸੋਚਣਾ ਹੈ, ਸਕਾਰਾਤਮਕ ਸੋਚਣਾ ਹੈ। ਤੇ ਮੈਂ ਇਹਨੂੰ ਹੋਰ ਤਰੀਕਾ ਦੱਸਿਆ ਜਾਂ ਤੁਹਾਨੂੰ ਦੱਸਦਾ ਕਿ ਜਦੋਂ ਤੁਸੀਂ ਡਿਪਰੈਸ਼ਨ 'ਚ ਜਾਂਦੇ ਹੋ, ਇੱਕ ਡਾਇਰੀ ਲਾਓ। ਪਹਿਲਾਂ ਤਾਂ ਆਪਦੇ ਰੀਜ਼ਨ ਲਿਖ ਲਓ ਵੀ ਮੈਂ ਕਿਉਂ ਜ਼ਿਆਦਾ ਡਿਪਰੈਸ਼ਨ ਹੁੰਦਾ। ਲੋਨਲੀਨੈਸ ਕਰਕੇ, ਇਹਨਾਂ ਦਿਨਾਂ 'ਚ ਖਾਸ ਤੌਰ ਤੇ ਘਰਾਂ 'ਚ ਬੈਠੇ ਨੇ ਲੋਕ, ਕੰਮ ਨਹੀਂ ਹੈ। ਤਾਂ ਉਹ ਜਿਹੜਾ ਹੈ, ਉਸ ਜਿਹੜੀ ਲੋਨਲੀਨੈਸ ਹੈ, ਇਕਾਂਤ ਹੈ ਜਿਹੜਾ, ਉਹਨੂੰ ਕਿਸ ਤਰੀਕੇ ਨਾਲ ਤੁਸੀਂ, ਵੈਸੇ ਤਾਂ ਜਿਹੜੇ ਬਹਾਦਰ ਲੋਕ ਹੁੰਦੇ ਨੇ ਉਹ ਨਾ ਤਾਂ ਕੋਈ ਜ਼ਿਆਦਾ ਦੋਸਤ ਲੱਭਦੇ ਨੇ। ਇਕੱਲਾ ਬੰਦਾ ਜਿਹੜਾ ਹੁੰਦਾ ਹੈ ਨਾ, ਬਹਾਦਰੀ 'ਚ ਇਕੱਲਾ ਬੰਦਾ ਹੁੰਦਾ। ਦੋਸਤ ਜੋ ਭਾਲਦਾ ਵੀਕ ਹੁੰਦਾ। ਤਾਂ ਇੱਕ ਤਾਂ ਉਹਦਾ ਜਿਹੜਾ ਇਕੱਲਾਪਨ ਉਹਨੂੰ ਮਾਰਦਾ, ਦੂਜਾ ਉਹਦੇ ਕੋਲ ਕੰਮ ਕਰਨ ਨੂੰ ਨਹੀਂ ਹੁੰਦਾ। ਤਾਂ ਮੈਂ ਉਹਨੂੰ ਕਿਹਾ ਕਿ ਸਵੇਰੇ ਉੱਠ ਕੇ ਨਾ ਤੁਸੀਂ ਪਹਿਲੇ 2 ਘੰਟੇ ਤਾਂ ਕਰ ਸਕਦਾ ਕਿ 2 ਘੰਟੇ ਕਰ ਲਓ। ਮੈਂ 2 ਘੰਟੇ ਤੂੰ ਬਿਲਕੁਲ ਨੈਗੇਟਿਵਲੀ ਕੁਛ ਹੋਣ ਦੇਣਾ, ਡੰਡਾ ਲੈ ਕੇ ਬਹਿ ਜਾ, ਮਨ 'ਚ ਕੋਈ ਨੈਗੇਟਿਵ ਖਿਆਲ ਨਾ ਆਵੇ ਅਗਲੇ 2 ਘੰਟੇ ਦਾ। ਕਹਿੰਦਾ ਜੀ ਫਿਰ ਸੋਚਾਂ ਕੀ? ਮੈਂ ਕਿਹਾ ਜ਼ਿੰਦਗੀ ਦੇ ਜਿਹੜੇ ਚੰਗੇ ਪਲ ਨੇ ਉਹਨੂੰ ਕਲਪਨਾ 'ਚ ਲੈ ਕੇ ਸੋਚਣਾ ਸ਼ੁਰੂ ਕਰ ਦੇ। 4 ਦਿਨਾਂ 'ਚ ਡਿਪਰੈਸ਼ਨ ਤੋਂ ਬਾਹਰ ਆ ਗਿਆ, ਕੋਈ ਦਵਾਈ ਲੈਣ ਦੀ ਲੋੜ ਨਹੀਂ। ਸੋ ਕੋਈ ਏਮ ਬਣਾ ਲਓ, ਉਹਦੇ ਬਾਰੇ ਪੋਜ਼ਿਟਿਵ ਸੋਚੋ, ਨੈਗੇਟਿਵ ਥਾਟ ਨੂੰ ਆਉਣ ਨਾ ਦਿਓ, ਕੋਈ ਡਿਪਰੈਸ਼ਨ ਨਹੀਂ ਰਹਿਣਾ। ਬਿਲਕੁਲ ਸਰ, ਬਿਲਕੁਲ, ਨਾਲੇ ਖਰਚਾ ਬਚੂ ਦਵਾਈਆਂ ਦਾ। ਹਾਂ, ਨਹੀਂ ਤਾਂ ਫਿਰ ਮੈਂ ਇਲਾਇਚੀ ਦੇ ਦੂੰ, ਮੇਰੇ ਕੋਲ ਲੈ ਆਈ। ਠੀਕ ਹੈ, ਜ਼ਰੂਰ ਸਰ। ਕਹਿੰਦੇ 500 ਰੁਪਏ ਦੀ ਮਤਲਬ ਮਹਿੰਗੀ ਬਹੁਤ ਹੁੰਦੀ ਇਲਾਚੀ। ਕੋਈ ਗੱਲ ਨਹੀਂ, ਮੈਂ ਲੱਡੂ ਦੇ ਦਾਂਗੇ ਜੇ ਇਲਾਇਚੀ ਦੀ। ਠੀਕ ਹੈ ਸਰ। ਸਰ ਇੱਕ ਹੋਰ ਕੁਐਸਚਨ ਆਇਆ ਸੀਗਾ ਕਿ ਅਮਨਦੀਪ ਦਾ, ਕਹਿੰਦੇ ਕੋਈ ਪਰਸਨ ਏਮਲੈਸ ਕਿਉਂ ਹੋ ਜਾਂਦਾ ਆ? ਸਾਡੀ ਜਿਹੜਾ ਐਜੂਕੇਸ਼ਨ ਸਿਸਟਮ ਹੈ, ਸਾਡੇ ਪੇਰੈਂਟਸ ਨੇ, ਤੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ, ਮੈਂ ਇਹ ਤਾਂ ਨਹੀਂ ਕਹਿੰਦਾ ਕਮੀ ਹੈ, ਪਰ ਉਹ ਕੁਤਾਹੀ ਜ਼ਰੂਰ ਕਰ ਜਾਂਦੇ ਨੇ। ਹੋਣਾ ਇਹ ਚਾਹੀਦਾ ਹੈ, ਬੱਚਾ ਜਦੋਂ ਪੈਦਾ ਹੁੰਦਾ ਹੈ ਉਸ ਵੇਲੇ ਹੀ ਸੋਚਣਾ ਚਾਹੀਦਾ ਹੈ ਕਿ ਇਹਨੂੰ ਕਿਸ ਡਾਇਰੈਕਸ਼ਨ 'ਚ ਜਾਣਾ ਹੈ, ਉਹਦੇ ਮੁਤਾਬਕ ਉਹਦੀ ਤਿਆਰੀ ਹੋਣੀ ਚਾਹੀਦੀ ਹੈ। ਔਰ ਇਹੀ ਇੱਕ ਵੱਡੀ ਪ੍ਰੋਬਲਮ ਹੈ ਕਿ ਅਸੀਂ ਕਿਉਂ ਨਹੀਂ ਵੱਡੇ ਵੱਡੇ ਇਨਾਮ ਲੈ ਕੇ ਆਉਂਦੇ, ਅਸੀਂ ਕਿਉਂ ਨਹੀਂ ਓਲੰਪਿਕ ਦੇ ਵਿੱਚ ਕਾਮਯਾਬ ਹੁੰਦੇ। ਉਹਦਾ ਕਾਰਨ ਇਹ ਹੈ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਰਨਾ ਕੀ ਹੈ। ਜੇ ਬੱਚਾ ਪੈਦਾ ਹੋਇਆ ਉਹਨੂੰ ਬਣਾਉਣਾ ਤੁਸੀਂ ਸਵਿਮਰ, ਤਾਂ 2 ਸਾਲ ਦੇ ਨੂੰ ਜਦੋਂ ਪਾਣੀ 'ਚ ਪਾੜ ਦੋਗੇ, ਆਪਣੀ ਪ੍ਰੈਕਟਿਸ ਤੋਂ ਬਾਅਦ ਉੱਥੇ ਚਲਾ ਜਾਊਗਾ। ਜਿਹਨੇ ਐਥਲੀਟ ਬਣਨਾ ਉਹਨੂੰ ਭੱਜਣਾ ਸਿਖਾ ਦੋਗੇ ਤੁਸੀਂ, ਔਰ ਜੇ ਉਹਨੇ ਪੜ੍ਹ ਚਲਾਉਣਾ ਉਹਨੂੰ ਪੜ੍ਹਨੇ ਵਾਲੇ ਪਾਸੇ ਪਾ ਦੋਗੇ। ਸਾਡੇ ਅਸਲ ਇਸ ਤਰ੍ਹਾਂ ਦੀ ਰਿਵਾਜ ਹੀ ਨਹੀਂ ਹੈ ਕਿ ਬੱਚੇ ਦੀ ਮਾਨਸਿਕਤਾ ਨੂੰ ਪੜ੍ਹੀਏ ਕਿ ਉਹ ਬਣਨਾ ਕੀ ਚਾਹੁੰਦਾ। ਅਸਲ ਕਰਨਾ ਅਸੀਂ ਕੀ ਚਾਹੁੰਦੇ ਆ, ਜੋ ਜ਼ਿੰਦਗੀ 'ਚ ਅਸੀਂ ਆਪ ਨਹੀਂ ਬਣੇ
ਉਹ ਅਸੀਂ ਬੱਚਿਆਂ ਨੂੰ ਬਣਾਉਣਾ ਚਾਹੁੰਦੇ ਆ। ਤੇ ਬਿਲਕੁਲ ਬੱਚੇ ਫਿਰ ਉਹ ਜਿਹੜੀ ਉਹ ਅਮੀਰ ਖਾਨ ਵਾਲੀ ਫਿਲਮ ਵਾਲੀ ਗੱਲ ਹੁੰਦੀ ਹੈ, ਇਹ ਗੱਲ ਜਿਹੜੇ ਏਮਲੈਸ ਨਾ, ਏਮ ਦਾ ਨਾ ਹੋਣਾ ਇੱਕ ਤਾਂ ਹੈ ਸਾਡੇ ਟੀਚਰਸ ਦਾ, ਸਾਡੇ ਪੇਰੈਂਟਸ ਦਾ ਤੁਹਾਨੂੰ ਗਾਈਡ ਨਾ ਕਰਨਾ। ਦੂਜਾ ਮੈਂ ਸਮਝਦਾ ਕਿ ਸਾਡੇ 'ਚ ਪੜ੍ਹਨ ਦੀ ਬਹੁਤ ਕਮੀ ਹੈ। ਸਾਡੇ ਸਟੂਡੈਂਟ ਅੱਜ ਕੱਲ੍ਹ ਪੜ੍ਹਦੇ ਨਹੀਂ। ਜੇ ਉਹ ਮੋਟੀਵੇਸ਼ਨ ਕਿਤਾਬਾਂ ਪੜ੍ਹਨ, ਹੁਣ ਤੇਰੇ ਕੋਲ ਕਿਤਾਬ ਗਈ ਨੂੰ ਸਾਲ ਤੋਂ ਵੱਧ ਹੋ ਗਿਆ, ਜਿੱਤ ਦਾ ਮੰਤਰ, ਹਾਲੇ ਤੱਕ ਤੂੰ ਕਹਿੰਦੀ ਆ ਮੈਂ 2 ਪੇਜ ਪੜ੍ਹੇ ਨੇ। ਤਾਂ ਜਿਹੜੀ ਕਿਤਾਬ ਜਦੋਂ ਅਸੀਂ ਪੜ੍ਹਦੇ ਸੀ ਤਾਂ ਕਿਤਾਬ ਹੱਥ ਲੱਗੀ ਨਹੀਂ ਤੇ ਕਿਤਾਬ ਖਤਮ ਨਹੀਂ ਕੀਤੀ, ਤਾਂ ਉਹਦੇ ਚੋਂ ਨੋਟਸ ਲੈ ਲਿਆ ਵੀ ਆਹ ਕਿਤਾਬ 'ਚ ਮੈਨੂੰ ਆਹ ਕੁਛ ਮਿਲ ਰਿਹਾ ਹੈ। ਸੋ ਪੜ੍ਹਨ ਦੀ ਜਿਹੜੀ ਵਰਤੀ ਆ ਉਹ ਘਟ ਰਹੀ ਹੈ ਲੋਕਾਂ 'ਚ। ਜਦੋਂ ਤੁਸੀਂ ਚੰਗੀਆਂ ਕਿਤਾਬਾਂ ਪੜ੍ਹੋਗੇ, ਚੰਗੇ ਪਾਸੇ ਜਾਓਗੇ, ਤਾਂ ਏਮਲੈਸ ਨਹੀਂ ਰਹੋਗੇ ਤੇ ਨਾ ਹੀ ਰਹਿਣਾ ਚਾਹੀਦਾ। ਦੁਨੀਆ 'ਚ ਕਰਨ ਲਈ ਬੜਾ ਕੁਛ ਪਿਆ। ਕੋਈ ਇੱਕ ਕੰਮ ਸ਼ੁਰੂ ਕਰ ਦਿਓ, ਕੋਈ ਵੀ, ਤੇ ਤੁਸੀਂ ਕਾਮਯਾਬ ਹੋ ਜਾਓਗੇ। ਕਰਕੇ ਦੇਖ ਲਓ। ਜੀ ਜਿਹੜਾ 2 ਐਗਜ਼ਾਮਪਲ ਮੈਂ ਤੁਹਾਨੂੰ ਦੇ ਸਕਦਾ। ਭਗਤ ਪੂਰਨ ਸਿੰਘ ਜਦੋਂ ਆਏ ਨਾ, ਉਹਨਾਂ ਦੀ ਜੀ ਜੀ ਜੇਬ ਪੈਸਾ ਨਹੀਂ ਸੀ ਕੋਈ। ਹੁਣ ਤਾਂ ਫਿਲਮ ਜਨਮ ਬਾਰੇ ਲਿਖ ਕੇ ਦੇਖ ਲਓ ਜੇ ਨਹੀਂ ਪੜ੍ਹਨਾ। ਤੇ ਉਹ ਬੰਦੇ ਨੇ ਸਿਰਫ ਸੇਵਾ ਕਰਨੀ ਸ਼ੁਰੂ ਕੀਤੀ, ਪੈਸਾ ਵੀ ਆਉਣਾ ਸ਼ੁਰੂ ਹੋ ਗਿਆ। ਇੱਕ ਬਾਬਾ ਨਿਧਾਨ ਸਿੰਘ ਦੀ ਐਗਜ਼ਾਮਪਲ, ਫੌਜੀ ਹੈ ਬੰਦਾ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਦਾ ਅੰਤਮ ਦਿਨ ਜਿਹੜੇ ਬਿਤਾਏ ਸੀ ਨੰਦੇੜ ਸਾਹਿਬ, ਉੱਥੇ ਪਹੁੰਚ ਗਿਆ। ਉਹਨੂੰ ਐਂ ਲੱਗਿਆ ਗੋਦਾਵਰੀ ਦੇ ਕੰਢੇ ਆਉਂਦੇ ਵੀ ਇੱਥੇ ਪਾਣੀ ਦੀ ਲੋੜ ਹੈ ਲੋਕਾਂ ਨੂੰ, ਪੈਸਾ ਹੈ ਨਹੀਂ, ਇੱਕ ਘੜਾ ਲਿਆ, ਉੱਥੇ ਬੈਠ ਗਿਆ ਔਰ ਪਾਣੀ ਪਿਲਾਉਣ ਲੱਗ ਗਿਆ। ਤੇ ਲੋਕ ਆਉਂਦੇ ਜਾਂਦੇ ਜੇ ਪਾਣੀ ਪੀਂਦੇ ਸੀ, ਉਹ ਕਹਿੰਦੇ ਯਾਰ ਤੂੰ ਏਡਾ ਮਿਹਨਤ ਕਰਦਾ, ਉਹਨੂੰ 4 ਪੈਸੇ ਭਾਣ ਦੀ ਦੇਣ ਲੱਗ ਗਏ। ਉਹਦੇ ਪੈਸੇ ਆਪਦੇ ਤੇ ਨਹੀਂ ਖਰਚੇ, ਉਹਦੇ ਛੋਲੇ ਖਰੀਦਣੇ, ਜਿਹਨੇ ਪਾਣੀ ਦੇਣ ਨਾਲ ਭੁੱਖਿਆਂ ਨੂੰ ਛੋਲੇ ਫੜਾ ਦੇਣੇ। ਉਹ ਬਾਬਾ ਨਿਧਾਨ ਸਿੰਘ ਜੀ ਦਾ ਹੁਣ 24 ਘੰਟੇ ਹਜ਼ਾਰਾਂ ਲੋਕ ਲੰਗਰ ਛਕਦੇ ਨੇ ਨੰਦੇੜ ਸਾਹਿਬ 'ਚ। ਕਿਉਂ? ਲੰਗਰ ਸ਼ੁਰੂ ਹੋਇਆ ਸੀ, ਨਾ ਜੇਬ 'ਚ ਪੈਸਾ ਸੀ, ਲੇਕਿਨ ਮਨ ਦੇ ਵਿੱਚ ਇੱਥੇ ਸੀ ਵੀ ਮੈਂ ਵੱਡੇ ਕੰਮ ਕਰਨੇ ਨੇ ਤੇ ਵੱਡੇ ਕੰਮ ਕਰਕੇ ਦਿਖਾਤੇ। ਸੋ ਏਮ ਤਾਂ ਕੋਈ ਵੀ ਹੋਵੇ, ਕੋਈ ਵੀ। ਇੱਕ ਕੁਐਸਚਨ ਹੋਰ ਆਇਆ ਅਮਨਦੀਪ ਦਾ ਹੀ, ਕਹਿੰਦੇ ਸਰ ਜੇ ਇਮੇਜਿਨ ਕੀਤੀ ਗੱਲ ਵੀ ਸੱਚ ਹੋ ਸਕਦੀ ਹੈ ਜੇ ਆਪਾਂ ਕੁਝ ਇਮੇਜਿਨੇਸ਼ਨ 'ਚ ਲੈ ਕੇ ਆਉਂਦੇ ਆ? ਦੇਖੋ ਗੱਲ ਇਹ ਹੈ, ਇਹ ਬਹੁਤ ਆ ਪਿਛਲੇ ਦਿਨੀ ਜਦੋਂ ਮੈਂ ਇੱਕ ਬਠਿੰਡੇ ਲੈਕਚਰ ਤੋਂ ਬਾਅਦ ਆਇਆ ਨਾ, ਤੇ ਮੈਂ ਆਹੀ ਗੱਲ ਕਹੀ ਸੀ, ਮੈਂ ਜੋ ਤੁਸੀਂ ਸੋਚੋਗੇ ਹੋ ਜਾਂਦਾ। ਪਤਾ ਨਹੀਂ ਕੁੜੀ ਨੇ ਕਿਵੇਂ ਰਿਸੀਵ ਕਰ ਲਿਆ, ਸ਼ਾਇਦ ਉਹ ਡੀਏਵੀ ਕਾਲਜ ਸੀ ਜਾਂ ਖਾਲਸਾ, ਮੇਰੇ ਯਾਦ ਨਹੀਂ, ਸਾਰੇ ਕਾਲਜਾਂ 'ਚ ਲੈਕਚਰ ਸੀ। ਤੇ ਉਹ ਕਹਿੰਦੀ ਜੀ ਜੋ ਮੈਂ ਸੋਚਿਆ ਤਾਂ ਪੂਰਾ ਨਹੀਂ ਹੋਇਆ। ਮੈਂ ਕੀ ਸੋਚਿਆ? ਕਹਿੰਦੀ ਮੈਂ ਸੋਚਿਆ ਸੀ ਕਿ ਮੇਰਾ ਰੰਗ ਗੋਰਾ ਹੋ ਜਾਏ, ਮੈਂ ਤਾਂ ਹਾਲੇ ਵੀ ਕਾਲੀ ਹਾਂ। ਤਾਂ ਹੁਣ ਉਹ ਦੱਸਣਾ ਪੈਂਦਾ ਭਾਈ, 2 ਤਰ੍ਹਾਂ ਦੇ ਸੋਚਣਾ ਹੁੰਦਾ, 2 ਤਰ੍ਹਾਂ ਦੀ ਕਲਪਨਾ ਹੁੰਦੀ ਹੈ, 2 ਤਰ੍ਹਾਂ ਦੀ ਇਮੇਜਿਨੇਸ਼ਨ ਹੁੰਦੀ ਹੈ। ਇੱਕ ਤਾਂ ਇਮੇਜਿਨੇਸ਼ਨ ਦੇ ਸ਼ੇਖ ਚਿੱਡੀ ਵਾਲੀ, ਕਿ ਸੁਪਨੇ ਲਓ ਸ਼ੇਖ ਚਿੱਡੀ ਵਾਂਗ, ਕੁਛ ਨਾ ਕਰੋ, ਅੱਖਾਂ ਮੀਚ ਕੇ ਆਪਣੇ ਆਪ ਨੂੰ ਸਮਝੀ ਚਲੋ। ਸੁੱਤੇ ਪਏ ਬੰਦੇ ਵੱਡੇ ਵੱਡੇ। ਇੱਕ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ, ਮੈਂ ਉਹਨਾਂ ਦੀ ਗੱਲ ਕਰਦਾ। ਮੈਂ ਉਹ ਸੁਪਨੇ ਵੇਚਦਾ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ। ਤੁਸੀਂ ਕੋਈ ਏਮ ਬਣਾ ਲਿਆ ਤੇ ਏਮ ਬਣਾ ਕੇ ਉਦੋਂ ਬਾਅਦ ਸੌਣਾ ਨਹੀਂ। ਕਲਪਨਾ ਕੱਲੀ ਇਹ ਨਹੀਂ ਹੈ, ਕਲਪਨਾ ਕਰ ਲਓ, ਫਿਰ ਉਹਦੇ ਲਈ ਮਿਹਨਤ ਕਰੋ। ਜਦੋਂ ਹੁਣ ਜਦ ਆਈਐਸ ਟ੍ਰੇਨਿੰਗ ਸੈਂਟਰ 'ਚ ਮੇਰੇ ਕੋਲ ਅਕਸਰ ਬੱਚਿਆਂ ਨੇ ਆਉਣਾ, ਜੀ ਅਸੀਂ ਆਈਐਸ ਕਰਨਾ ਚਾਹੁੰਦੇ, ਸਾਨੂੰ ਅੰਗਰੇਜ਼ੀ ਨਹੀਂ ਆਉਂਦੀ। ਤੇ ਮੈਂ ਉਹਨੂੰ ਕਹਿਣਾ ਕਿ ਅੰਗਰੇਜ਼ੀ ਤੈਨੂੰ, ਤੂੰ ਮਿਹਨਤ ਕਿੰਨੀ ਕੁ ਕਰ ਰਿਹਾ ਅੰਗਰੇਜ਼ੀ ਸਿੱਖਣ ਲਈ? ਕਿ ਮੈਂ ਸਮਝਿਆ ਨਹੀਂ। ਮੈਂ ਕਿਹਾ ਮਾਈਕਲ ਫਿਲਿਪਸ ਦੀ ਐਗਜ਼ਾਮਪਲ ਲੈ ਲਓ। ਕੱਲਾ ਸਾਡੇ ਹਾਲੇ ਤੱਕ ਜਿਹਨੇ ਇੰਡੀਆ ਨੇ ਇਕੱਠੇ ਹੋ ਕੇ ਇੱਕ ਦੇਸ਼ ਦੇ ਗੋਲਡ ਮੈਡਲ ਨਹੀਂ ਜਿੱਤੇ, ਉਹ ਕੱਲੇ ਦੇ ਗੋਲਡ ਮੈਡਲ ਨੇ ਸਵਿਮਿੰਗ 'ਚੋਂ। ਉਹਨੂੰ ਕਿਸੇ ਨੇ ਜਰਨਲਿਸਟ ਨੇ ਪੁੱਛਿਆ ਬੀਜੇ 올림픽 ਜਦੋਂ ਉਹ ਗੋਲਡ ਮੈਡਲ ਜਿੱਤਿਆ, ਉਹਨੂੰ ਕਹਿੰਦਾ how do you feel now? You win so many gold medals. You are very, it's a lucky day for you. What are you talking about luck? There's no luck, gentlemen. From the last 15-16 years, without any Sunday, without any break, I was in the swimming pool. ਔਰ ਤੂੰ ਕਹਿਣਾ ਕਿ ਲੱਕ ਹੈ, ਕਹਿੰਦਾ ਲੱਕ ਲੁੱਕ ਨਹੀਂ, ਮੇਰੀ ਪ੍ਰੈਕਟਿਸ ਹੈ ਇਹ ਜਿਹੜੀ ਮੈਂ ਨਹੀਂ ਕੀਤੀ ਹੈ। ਤੇ ਮੈਂ ਉਹਨਾਂ ਨੂੰ ਕਹਿਣਾ ਤੁਸੀਂ ਕਿੰਨੀ ਕੁ ਪ੍ਰੈਕਟਿਸ ਕਰਦੇ ਹੋ? ਦਿਨ 'ਚ ਕਰਦੇ ਹੋ 8 ਘੰਟੇ, ਤੇ 8 ਘੰਟੇ ਪ੍ਰੈਕਟਿਸ ਕਰੋ ਦਿਨ 'ਚ, ਸ਼ੀਸ਼ੇ ਸਾਹਮਣੇ ਖੜ ਕੇ, ਤੇ ਮੇਰੇ ਕੋਲ ਆ ਜਾਓ ਤੁਸੀਂ 6 ਮਹੀਨੇ ਬਾਅਦ। ਤੁਸੀਂ ਦੱਸ ਦਿਓ ਵੀ ਕਿਹੜੀ ਅੰਗਰੇਜ਼ੀ ਸਿੱਖਣੀ ਹੈ, ਬ੍ਰਿਟਿਸ਼ ਸਿੱਖਣੀ ਹੈ ਜਾਂ ਤੁਸੀਂ ਜਿਹੜੀ ਅਮਰੀਕਨ ਸਿੱਖਣੀ ਹੈ। ਵੀ ਅਸੀਂ ਸੁਪਨੇ ਲੈ ਕੇ ਨਹੀਂ ਨਾ ਹੋਣਾ, ਕੱਲੀ ਕਲਪਨਾ ਨਹੀਂ। ਕਲਪਨਾ ਨਾਲ ਜਿਹੜੀ ਮੈਂ ਅਗਲਾ ਫਸਟ ਡੀ ਇਜ਼ ਡ੍ਰੀਮ,
70 ਫਾਰਮੂਲਾ ਦਿੱਤਾ ਹੈ। ਫਸਟ ਜੀ ਡੀ ਡ੍ਰੀਮ, ਫਸਟ ਜੀ ਸੈਕੰਡ ਇਜ਼ ਡੈਡੀਕੇਸ਼ਨ, ਜੀ ਡਿਟਰਮੀਨੇਸ਼ਨ। तो डेडिकेशन लग जाओ तो तुम कामयाब हो जाओगे। कली कल्पना। ਸਰ ਨੈਕਸਟ ਆਇਆ ਹੈ ਕਿਸੇ ਦੀ 네ਗੇਟਿਵ ਥਿੰਕਿੰਗ ਨੂੰ ਕਿਵੇਂ ਚੇਂਜ ਕੀਤਾ ਜਾ ਸਕਦਾ ਹੈ। डंडा रखो एक, थोड़े एक डंडा रख लो। मेरे वांगू जिम ज्वाइन कर लो। ਜਦੋਂ ਫਿਜ਼ੀਕਲ ਡੰਡਾ ਨਹੀਂ ਵੀ ਆਪਦੇ ਸਿਰ 'ਚ ਮਾਰਨਾ ਹੈ, ਜਦੋਂ ਵੀ ਨੈਗੇਟਿਵ ਥਿੰਕਿੰਗ ਤੁਹਾਡੇ ਮਨ 'ਚ ਕੋਈ ਨੈਗੇਟਿਵ ਥਾਟ ਆਉਂਦਾ ਹੈ ਉਹਨੂੰ ਭਜਾ ਦਿਓ, ਉਹਨੂੰ ਬਦਲ ਦਿਓ ਪੋਜ਼ਿਟਿਵ ਥਾਟ ਨਾਲ। ਵੈਸੇ ਇਹਨੂੰ ਖਾਲੀ ਛੱਡੋ ਨਾ, ਸ਼ੈਤਾਨ ਦਾ ਘਰ ਨਾ ਬਣ ਦਿਓ। ਤਾਂ ਹੀ ਤਾਂ ਬਾਰ-ਬਾਰ ਕਹਿਣਾ ਚੰਗੀਆਂ ਕਿਤਾਬਾਂ, ਚੰਗੇ ਜਿਹੜੇ ਪ੍ਰੋਗਰਾਮ ਟੀਵੀ ਦੇ ਉਹ ਦੇਖੋ ਤੇ ਤੁਸੀਂ ਕਾਮਯਾਬ ਹੋਵੋਗੇ। ਅਦਰਵਾਈਜ਼ ਖਾਲੀ ਬੈਠੋਗੇ, ਪੋਜ਼ਿਟਿਵ ਥਿੰਕਿੰਗ ਜੇ ਨਹੀਂ ਲਿਆਓਗੇ ਤਾਂ ਫਿਰ ਇਹੋ ਜਿਹਾ ਕੁਝ ਹੋਏਗਾ। ਤਾਂ ਹੀ ਡਿਪਰੈਸ਼ਨ ਆਉਂਦਾ। ਤਾਂ ਉਹਨੂੰ ਪੋਜ਼ਿਟਿਵ ਰਹੋ। ਇੱਕ ਦਿਨ ਦਾ ਵਾਅਦਾ ਕਰ ਲਓ, ਇੱਕ ਦਿਨ ਦਾ ਨਹੀਂ ਤਾਂ ਅੱਧੇ ਦਿਨ ਦਾ ਕਰ ਲਓ। ਅੱਧੇ ਦਿਨ ਦਾ 2 ਘੰਟੇ ਦਾ ਵੀ ਜੋ ਮਰਜ਼ੀ ਹੋ ਜੇ, ਆਹ 2 ਘੰਟੇ ਮੈਂ ਤਾਂ ਖੁਸ਼ ਰਹਿਣਾ, ਮੈਂ ਪੋਜ਼ਿਟਿਵ ਰਹਿਣਾ। ਉਦੋਂ ਅਗਲੇ 2 ਘੰਟੇ ਬਾਅਦ ਇੱਕ ਇਲਾਇਚੀ ਮੂੰਹ 'ਚ ਪਾ ਕੇ ਕਹਿ ਦਿਓ ਮੈਂ ਨਾਲੇ ਇਲਾਇਚੀਆਂ ਨਾਲ ਗਲਾ ਠੀਕ ਰਹੂਗਾ, ਨਾਲੇ ਥੋੜਾ ਯਾਦ ਆਉਂਦਾ ਰਹੂਗਾ। ਸਰ ਉਹਨਾਂ ਨੇ ਕਿਹਾ, ਇੱਕ ਕੁੜੀ ਨੇ ਕਾਸ਼ ਕੌਰ ਨੇ ਕਹਿੰਦੀ ਪਲੀਜ਼ ਫਾਰਮੂਲਾ ਰਿਪੀਟ ਕਰ ਦਿਓ। ਉਹਨਾਂ ਨੇ ਲਿਖਣਾ ਹੈ ਫਾਰਮੂਲਾ, ਤੁਸੀਂ ਇੱਕ ਵਾਰ ਰਿਪੀਟ ਕਰ ਦਿਓ ਆਪਣਾ। ਜੇ ਲਿਖਣਾ ਹੈ ਤਾਂ ਫਾਰਮੂਲਾ 3A ਦਾ ਫਾਰਮੂਲਾ ਲਿਖ ਲਓ, ਬੜਾ ਸੌਖਾ ਹੈ। 3A ਹੁੰਦਾ ਹੈ ਜਿਹੜਾ ਹੈ ਐਂਬੀਸ਼ਨ। ਯੂ ਮਸਟ ਹੈਵ ਐਂਬੀਸ਼ਨ। ਤੁਹਾਡਾ ਏਮ ਹੋਵੇ ਕੋਈ ਜਿਹੜੇ ਜਿੱਥੇ ਪਹੁੰਚਣਾ ਮੰਜ਼ਿਲ ਹੋਵੇ। ਤੇ ਫਿਰ ਜਦੋਂ ਤੁਹਾਡੀ ਐਂਬੀਸ਼ਨ ਬਣ ਗਈ, ਫਿਰ ਤੁਹਾਡਾ ਐਟੀਟਿਊਡ ਚਾਹੀਦਾ ਹੈ। ਉਸ ਨੂੰ ਪੂਰਾ ਕਰਨ ਲਈ ਇੱਕ ਐਟੀਟਿਊਡ ਹੋਵੇ ਤੁਹਾਡੇ ਕੋਲ। ਤੁਸੀਂ ਉੱਥੇ ਜਦੋਂ ਜੇ ਐਟੀਟਿਊਡ ਹੀ ਨਾ ਕਿਸੇ ਦਾ ਕੰਮ ਕਰਨ ਦਾ, ਤਾਂ ਫਿਰ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਸੋ ਏਮ, ਐਟੀਟਿਊਡ, ਐਂਬੀਸ਼ਨ ਜਦੋਂ ਤੁਹਾਡੇ ਕੋਲ ਹੋਏਗਾ ਤਾਂ ਫਿਰ ਬਈ ਤੁਹਾਨੂੰ ਕੌਣ ਰੋਕ ਸਕਦਾ ਕਾਮਯਾਬੀ ਤੋਂ। ਜਿਹੜਾ ਉਹ ਫਾਰਮੂਲਾ ਮੈਂ ਡੀ ਵਾਲਾ ਕਿਹਾ, ਜੇ ਉਹ ਵੀ ਲਿਖਣਾ ਉਹਦੇ ਵਿੱਚ ਵੀ 2 3 4 ਡੀ ਤਾਂ ਤੁਹਾਡੇ ਯਾਦ ਵੀ ਰਹਿ ਜਾਣਗੀਆਂ। ਪਹਿਲਾ ਡੀ ਹੈਗਾ ਡ੍ਰੀਮ, ਦੂਜਾ ਡ੍ਰੀਮ ਹੈਗਾ ਡੀ ਹੈਗਾ ਸੈਕੰਡ ਡੀ ਡੈਡੀਕੇਸ਼ਨ। ਡ੍ਰੀਮ ਨੂੰ ਪੂਰਾ ਕਰਨ ਲਈ ਡੈਡੀਕੇਸ਼ਨ। ਡ੍ਰੀਮ ਲੈ ਲਿਆ, ਡੈਡੀਕੇਸ਼ਨ ਹੋਣੀ ਚਾਹੀਦੀ ਹੈ, ਡਿਟਰਮੀਨੇਸ਼ਨ ਹੋਣੀ ਚਾਹੀਦੀ ਹੈ। ਤੇ ਫਿਰ ਇੱਕ ਡੀ ਹੈ ਡੈਡਲਾਈਨ। ਤੇ ਐ ਨਹੀਂ ਹੈ ਵੀ ਮੈਂ ਅੱਜ ਲੈ ਲਿਆ ਤੇ ਉਸ ਤੋਂ ਬਾਅਦ 10 ਸਾਲ ਬਾਅਦ ਮੈਂ BA ਕਰਨੀ ਹੈ ਜਾਂ MA ਕਰਨੀ ਹੈ। ਉਹਦੇ ਡੈਡਲਾਈਨ ਹੋਊਗੀ। ਡੈਡਲਾਈਨ ਦਾ ਮਤਲਬ ਕਿ 1 ਸਾਲ, 1.5 ਸਾਲ, 2 ਸਾਲ ਇਹਦੇ ਵਿੱਚ ਮੈਂ ਸਾਰਾ ਪੂਰਾ ਕਰ ਲੈਣਾ, ਕਾਮਯਾਬ ਹੋ ਜਾਊਂਗਾ। ਸਰ ਜਿਵੇਂ ਤੁਸੀਂ ਮਤਲਬ ਕਿ ਰਾਈਟਰ ਵੀ ਹੋ, ਮਤਲਬ ਮਹਾਨ ਤਾਂ ਹੋ ਹੀ, ਰਾਈਟਰ ਹੋ, ਤੁਹਾਡੀਆਂ ਕੁਝ ਬੁੱਕਸ ਨੇ, ਸੋ ਉਹਨਾਂ ਬਾਰੇ ਕੁਝ ਬਰੀਫ ਦੱਸ ਸਕਦੇ ਲਿਟਲ ਬਿਟ, ਮਤਲਬ ਕਿ ਉਹਨਾਂ ਬੁੱਕਸ ਦੇ ਵਿੱਚ ਕੀ ਲਿਖਿਆ। ਜਿਵੇਂ ਤੁਹਾਡੀ ਸਭ ਤੋਂ ਇੰਪੋਰਟੈਂਟ ਆ ਦਾ ਫੇਅਰਸ ਐਂਡ ਫੈਸਟੀਵਲਸ, ਮਤਲਬ ਇਹਦੇ ਵਿੱਚ 2-4 ਲਾਈਨਾਂ ਦੇ ਵਿੱਚ ਪਲੀਜ਼ ਦੱਸ ਦਿਓ ਕਿ ਬੁੱਕ ਦੇ ਵਿੱਚ ਹੈ ਕੀ ਆ। ਦੇਖੋ ਵੈਸੇ ਚਲੋ ਤੂੰ ਪੁੱਛਿਆ ਇਸ ਕਰਕੇ ਦੱਸ ਦੇਣਾ, ਅਦਰਵਾਈਜ਼ ਤਾਂ ਪੜ੍ਹਨ ਵਾਲੀ ਹੈ। ਜਿਹੜੀ ਫੇਅਰਸ ਐਂਡ ਫੈਸਟੀਵਲ ਕਿਤਾਬ, ਇਹ ਸਭ ਤੋਂ ਪਹਿਲਾਂ ਜਦੋਂ ਮੈਂ MSc ਕਰਦਾ ਹੁੰਦਾ ਸੀ PAU ਦੇ ਵਿੱਚ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ, ਉਹਦਾ ਥੀਸਿਸ ਹੈ। ਉਦੋਂ ਸਰਚ ਕੀਤੀ ਪੰਜਾਬ ਦੇ ਵਿੱਚ ਕੱਲੇ ਗੁੱਗੇ ਦੇ 4000 ਤੋਂ ਵੱਧ ਮੇਲੇ ਲੱਗਦੇ ਨੇ। ਇਹ ਜਿਹੜਾ ਗੁੱਗਾ ਫੇਅਰਸ ਮੇਰੇ ਘਰ ਦੇ ਨੇੜੇ ਲੱਗਦਾ ਹੁੰਦਾ ਸੀ। ਸਭ ਤੋਂ ਵੱਡਾ ਮੇਲਾ ਜਿਹੜਾ ਕਲਚਰਲ ਫੇਅਰ ਹੈ ਛਪਾਰ ਦਾ, ਉੱਥੋਂ ਮੈਨੂੰ ਆਈਡੀਆ ਆਇਆ ਸੀ। ਸੋ ਕਿੰਨੇ ਫੇਅਰ ਲੱਗਦੇ ਨੇ, ਕਿਹੜੇ ਕਿਹੜੇ ਫੇਅਰ ਨੇ, ਗੁੱਗਾ ਫੇਅਰ ਤੋਂ ਇਲਾਵਾ ਕਿਹੜੇ ਨੇ, ਰਿਲੀਜੀਅਸ ਫੇਅਰ ਨੇ, ਸ਼ਹੀਦੀ ਜੋੜ ਮੇਲੇ ਨੇ, ਧਾਰਮਿਕ ਫੇਅਰ ਨੇ, ਤਿਉਹਾਰਾਂ ਨਾਲ ਸੰਬੰਧਿਤ ਨੇ। ਇਹ ਉਹ ਮੇਲਿਆਂ ਦਾ ਜ਼ਿਕਰ ਹੈ। ਇਹ ਤਾਂ ਕਿਤਾਬ ਹੋਰ ਹੈ। ਜੇ ਬਾਕੀ ਕਿਤਾਬਾਂ ਦੇ ਜ਼ਿਕਰ ਕਰਦੇ ਹੋ ਨਾ ਤੁਸੀਂ, ਉਹ ਇਹ ਨਹੀਂ ਹੈ ਕਿਉਂਕਿ ਮੈਂ ਬੇਸਿਕਲੀ ਪੱਤਰਕਾਰੀ ਦਾ ਪ੍ਰੋਫੈਸਰ ਹਾਂ। 4-5 ਕਿਤਾਬਾਂ ਤਾਂ ਮੇਰੀਆਂ ਜਰਨਲਿਜ਼ਮ ਤੇ ਨੇ ਜੀ। ਥੀਸਿਸ ਜਿਹੜਾ ਸੀ ਉਹ ਛਪਿਆ ਸੀ ਸਾਹਿਤਕ ਪੱਤਰਕਾਰੀ ਤੇ, ਲਿਟਰੇਰੀ ਜਰਨਲਿਜ਼ਮ ਕੀ ਹੈ। ਤੇ ਜਿਹੜੀਆਂ ਆਹ ਕਿਤਾਬਾਂ ਜੀ ਤੇ ਹੁਣ ਜ਼ਿਕਰ ਕਰ ਰਹੇ ਹਾਂ, ਇਹ ਕਿਤਾਬਾਂ ਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿੱਤ ਦਾ ਮੰਤਰ, ਕਿ ਜਿੱਤਣਾ ਕਿਵੇਂ ਜ਼ਿੰਦਗੀ ਚ, ਉਹ ਮੰਤਰ ਦੀ ਗੱਲ। ਤੇ ਉਹ ਮੰਤਰ ਨਹੀਂ ਜਿਹੜਾ ਆਪ ਦਿੰਦੇ ਨੇ ਵਸੀਕਰਨ ਦੇ ਮੰਤਰ, ਕਾਲੇ ਇਲਮ ਵਾਲੇ, ਉਹ ਮੰਤਰ ਨਹੀਂ ਹੈ ਇਹ। ਤਾਂ ਇਹ ਹੈ ਜਿੱਤ ਵਾਲੇ ਮੰਤਰ ਨੇ। ਸੋ ਇਹ ਨਾ ਸਮਝ ਲਓ ਮੇਰੇ ਕੋਲ ਆ ਕੇ ਲਓ ਜੀ ਅਸੀਂ ਉਹਨੂੰ ਕਿਵੇਂ ਵਸ ਚ ਕਰੀਏ, ਉਸ ਤਰ੍ਹਾਂ ਦਾ ਕੋਈ ਮੰਤਰ ਨਹੀਂ। ਮੰਤਰ ਹੈ ਕਿ ਜ਼ਿੰਦਗੀ ਨੂੰ ਕਿਵੇਂ ਵਸ ਕਰਨਾ, ਕਿਵੇਂ ਕਾਮਯਾਬ, ਇਹ ਹੈ ਜਾਂ ਮੰਤਰ ਆਫ ਸਕਸੈਸ ਹੈ। ਹੁਣ ਮੇਰਾ ਜਿਹੜਾ ਇੱਕ, ਮੈਂ ਕੈਨੇਡਾ ਗਿਆ ਸੀ, ਉਦੋਂ ਜਿਹੜੀ ਕਿਤਾਬ ਛਪੀ ਸੀ ਉਹ ਵੀ ਹੁਣ 3 ਐਡੀਸ਼ਨ ਛਪ ਰਿਹਾ, ਮੇਰੀ ਕੈਨੇਡਾ ਯਾਤਰਾ। ਸੋ ਇਸ ਤਰ੍ਹਾਂ ਦਾ ਲਿਖ ਲੁਕ ਚਾਹੀਦਾ। ਹਰ ਰੋਜ਼
ਕੱਲਾ ਲਿਖਣ ਵਾਲਾ, ਕਾਲਮ ਲਿਖਣ ਵਾਲਾ, ਮੈਂ ਕੱਲਾ ਬੰਦਾ ਪੰਜਾਬੀ 'ਚ ਡੇਲੀ ਜੀ ਕਾਲਮ ਸਰ, ਜਿਹੜਾ ਛਪਦਾ ਹੈ। ਤੇ ਬਾਕੀ ਤਾਂ ਬਿਲਕੁਲ। ਅੱਜ ਕੱਲ੍ਹ ਮੈਂ ਟੀਵੀ ਦੇ ਪ੍ਰੋਗਰਾਮ ਜ਼ਿਆਦਾ ਕਰਨੇ ਆ, तो ਇਸ ਕਰਕੇ ਹਾਂਜੀ ਮੇਰੇ ਕੋਲ ਟਾਈਮ ਘੱਟ ਹੁੰਦਾ। ਸਰ, ਮੈਨੂੰ ਇੱਕ ਬੜਾ ਇੰਪੋਰਟੈਂਟ ਕੁਐਸਚਨ ਪੁੱਛਣਾ ਸੀਗਾ ਕਿ ਜਿੱਦਾਂ ਹੁਣ ਜਿਹੜੀ ਇਹ ਮਤਲਬ ਮਹਾਮਾਰੀ ਚੱਲ ਰਹੀ ਆ, ਵਾਇਰਸ ਚੱਲ ਰਿਹਾ, ਕਿ ਇਹ ਸਹੀ ਟਾਈਮ ਆ ਹਜੇ ਵੀ ਆਪੋਜੀਸ਼ਨ ਜਿਹੜੀਆਂ ਸਰਕਾਰਾਂ ਨੇ, ਚਾਹੇ ਉਹ ਅਕਾਲੀ ਆ, ਮਤਲਬ ਬੀਜੇਪੀ ਹੋ ਗਈ, ਕਾਂਗਰਸ, ਮਤਲਬ ਅੰਦਰੋਂ ਅੰਦਰੀ ਹਜੇ ਵੀ ਲੜ ਰਹੇ ਨੇ, ਮਤਲਬ ਉਹਨੂੰ ਵਾਇਰਸ ਨੂੰ ਠੀਕ ਕਰਨ ਦੀ ਜਗ੍ਹਾ ਹਜੇ ਵੀ ਇਹਨਾਂ ਦੇ ਵਿੱਚ ਆਪੋਜੀਸ਼ਨ ਦੀ ਭਾਵਨਾ ਹੈਗੀ ਕਿ ਇਹ ਨਹੀਂ, ਸਹੀ ਇਸ ਟਾਈਮ ਤਰ੍ਹਾਂ ਹੁੰਦਾ ਨਹੀਂ ਆ ਹੁੰਦਾ। ਇਸ ਟਾਈਮ ਆਪੋਜੀਸ਼ਨ ਦੀ ਭਾਵਨਾ ਰੱਖਣਾ, ਨਹੀਂ ਜਦੋਂ ਨਹੀਂ, ਉਹ ਇੰਨਾ ਵੱਡਾ ਕੁਝ ਨਾ ਚੱਲ ਹੁਣ ਰਿਹਾ ਹੋਵੇ। ਹੋਰ ਉਹ ਕੀ ਕਰਨ ਜੇ ਆਪੋਜੀਸ਼ਨ ਦੀ ਰੱਖਣਗੇ। ਇਹ ਜਿਹੜੀ ਲੜਾਈ, ਇੱਕ ਗੱਲ ਸਮਝ ਕੇ ਚੱਲਣਾ ਚਾਹੀਦਾ, ਸਾਨੂੰ ਕਰੋਨਾ ਨਾਲ ਰਹਿਣਾ ਸਿੱਖਣਾ ਪੈਣਾ, ਔਰ ਸਿੱਖਣਾ ਸ਼ੁਰੂ ਕਰਤਾ ਸੀ। ਹੁਣ ਜੀ ਕਰੋਨਾ ਦੇ ਨਾਲ ਅੱਜ ਕੱਲ ਬੜੇ ਵਧੀਆ ਫੈਸ਼ਨ ਜਿਹੜਾ ਹੈ ਚੇਂਜ ਆ ਗਿਆ। ਜਿਹੜੇ ਸੂਟ ਤੁਸੀਂ ਬਣਾਓਗੇ ਉਸ ਤਰ੍ਹਾਂ ਦਾ, ਉਸੇ ਕਲਰ ਦਾ ਮਾਸਕ ਬਣੂਗਾ। ਵਰਾਈਡਲ ਜਿਹੜੀ ਹੈ ਉਹਦੀ ਵੈਰਾਈਟੀ ਆਉਣੀ ਸ਼ੁਰੂ ਹੋ ਗਈ। ਜੋ ਵਿਆਹ ਕਰਾਉਣਾ ਤੁਸੀਂ ਤੇ ਵੀ ਪੱਗ ਨਾਲ ਦੀ ਮੈਚਿੰਗ ਬਿਲਕੁਲ ਕਰੋ। ਪੱਗ ਨਾਲ ਮੈਚਿੰਗ ਹੁੰਦੇ ਆ। ਇਹ ਜਿਹੜਾ ਸ਼ੁਰੂ ਹੋ ਗਿਆ, ਇਹਦਾ ਮਤਲਬ ਅਸੀਂ ਕਰੋਨਾ ਨਾਲ ਜਿਉਣਾ ਸਿੱਖ ਰਹੇ ਹਾਂ। ਤਾਂ ਉਸੇ ਤਰ੍ਹਾਂ ਸਾਡੀ ਸਿਆਸਤ ਵੀ ਕਰੋਨਾ ਨਾਲ ਚੱਲ ਰਹੀ ਹੈ, ਸਾਡੀ ਨਹੀਂ ਸਾਰੀ ਦੁਨੀਆ ਦੀ। ਟਰੰਪ ਨੇ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਹੈ। 1 ਲੱਖ ਅੱਜ 1,18,000 ਲੋਕ ਮਰ ਚੁੱਕੇ ਨੇ ਅਮਰੀਕਾ ਦੇ ਵਿੱਚ, ਲੇਕਿਨ ਇਲੈਕਸ਼ਨ ਦੀ ਤਿਆਰੀ ਚੱਲ ਰਹੀ ਹੈ। ਉਸੇ ਤਰੀਕੇ ਨਾਲ ਰੈਲੀਆਂ ਹੋ ਰਹੀਆਂ ਨੇ। ਤੋਂ ਇਹ ਸਾਰੀ ਦੁਨੀਆ 'ਚ ਹੋ ਰਿਹਾ। ਇਹ ਚੱਲਣਾ, ਇਹ ਇੱਥੇ ਵੀ ਚੱਲਣਾ, ਇਹ ਇਸ ਤਰ੍ਹਾਂ ਚੱਲਣਾ ਚਾਹੀਦਾ। ਸਾਨੂੰ ਇਹ ਲੜਾਈ ਜਿਹੜੀ ਹੈ, ਉਹ ਲੜਾਈ ਇਹੀ ਹੈ ਕਿ ਕਰੋਨਾ ਨਾਲ ਲੜਾਈ ਜਿੱਤਣ ਲਈ ਸਾਨੂੰ ਕਰੋਨਾ ਨਾਲ ਜਿਉਣਾ ਸਿੱਖਣਾ ਚਾਹੀਦਾ। ਉਹਦੇ ਲਈ ਜਿੰਨੀ ਰਿਸਰਚ ਆਈ ਹੈ, ਉਹ ਰਿਸਰਚ ਇਹ ਕਹਿੰਦੀ ਹੈ ਹਾਲ ਦੀ ਘੜੀ ਕਿ ਮਾਸਕ ਜਿਹੜਾ ਪਾਊਗਾ ਉਹ ਬਚੂਗਾ, ਸੋਸ਼ਲ ਡਿਸਟੈਂਸ ਰੱਖੂਗਾ ਉਹ ਬਚੂਗਾ, ਜਿੰਨਾ ਚਿਰ ਕੋਈ ਵੈਕਸੀਨ ਨਹੀਂ ਬਣਦੀ। ਤੇ ਤੀਜੀ ਗੱਲ ਹੈ, ਜੇ ਤੁਸੀਂ ਇੰਡੀਆ 'ਚ ਰਹਿੰਦੇ ਹੋ ਤਾਂ ਬਹੁਤ ਕੁਝ ਸਾਡੇ ਕੋਲ ਹੈ, ਕਿਚਨ 'ਚ ਹੀ ਪਿਆ ਹੈ, ਉਹਨੂੰ ਵਰਤੋ ਤੇ ਬਚ ਜਾਓਗੇ। ਦਾਲਚੀਨੀ ਨੂੰ ਔਰ ਅਜਵਾਇਣ ਨੂੰ, ਜੀਰੇ ਨੂੰ, ਇਹਨਾਂ ਦੇ ਕਾੜੇ ਪੀਓਗੇ, ਹਲਦੀ ਨੂੰ, ਤੁਸੀਂ ਬਚ ਜਾਓਗੇ। ਬਾਕੀ ਆਪੋਜੀਸ਼ਨ, ਰੂਲਿੰਗ ਪਾਰਟੀ ਜੋ ਵੀ ਕਰਦੀਆਂ ਨੇ ਗਲਤ ਨਹੀਂ ਕਰਦੀਆਂ। ਸਿਆਸੀ ਪਾਰਟੀ ਨੇ ਸਿਆਸਤ ਕਰਨੀ ਹੁੰਦੀ ਹੈ, ਉਹ ਸਿਆਸਤ ਕਰਨਗੀਆਂ, ਕਰਨੀ ਚਾਹੀਦੀ ਵੀ ਹੈ। ਸਰ, ਕੀ ਮਤਲਬ ਜਿਹੜੇ ਵਾਇਰਸ ਆਇਆ ਕਰੋਨਾ, ਇਹਦੇ ਤੇ ਕਮਰਸ਼ੀਅਲ ਏਰੀਆ ਨੂੰ ਬਹੁਤ ਬੈਨੀਫਿਟ ਨਹੀਂ ਹੋ ਰਿਹਾ, ਕਿਉਂਕਿ ਹੁਣ ਉਹ ਇੱਕ ਟੈਕਨੀਕ ਹੀ ਬਣਾਤੀ। ਜਿਵੇਂ ਪਹਿਲਾਂ ਮਾਸਕ ਕੱਢੇ, ਡਿਜ਼ਾਈਨਰ ਮਾਸਕ ਆ ਗਏ, ਫਿਰ ਅਲੱਗ-ਅਲੱਗ ਚੀਜ਼ਾਂ ਕੱਢਦੇ ਪਏ ਨੇ, ਕਦੀ ਕੁਛ ਟੈਂਪਰੇਚਰ ਚੈੱਕ ਦਾ ਹੁੰਦਾ ਆ, ਜਾਂ ਕੋਈ ਆਪਣੀ ਬ੍ਰਾਂਡ ਦੇ ਬ੍ਰਾਂਡ ਟੈਗ ਲੱਗਦੇ ਪਏ ਨੇ। ਮੈਂ ਕੁਝ ਐਡਸ ਐਡਵਰਟਾਈਜ਼ਮੈਂਟ ਦੇਖਿਆ ਨਿਊਜ਼ ਚੈਨਲ ਤੇ, ਉਹ ਮਾਸਕ ਦੇ ਵੀ ਜਿਵੇਂ ਆਪਾਂ ਨੂੰ ਪਹਿਲਾਂ ਸਪੋਰਟਸ ਦੀਆਂ ਮਤਲਬ ਕਿ ਆਉਂਦੀ ਸੀ ਵੀਅਰਸ ਦੀਆਂ ਐਡ ਹੁੰਦੀਆਂ, ਉਦਾਂ ਹੀ ਹੁਣ ਇਹਦੇ ਟੈਗ ਆਉਣ ਲੱਗ ਗਏ, ਉਹਦੀ ਕਾਸਟ ਪ੍ਰਾਈਸ ਵੀ ਇਨਕਰੀਜ਼ ਹੋਣ ਲੱਗ ਗਈ। ਸੋ ਇਹ ਕਮਰਸ਼ੀਅਲ ਏਰੀਆ ਮਤਲਬ ਕਿਤੇ ਨਾ ਕਿਤੇ ਵਾਇਰਸ ਦਾ ਪਿੱਛੇ ਛੁਪ ਕੇ ਫਾਇਦਾ ਨਹੀਂ ਲੈ ਰਹੀ। ਉਹ ਗੱਲ ਇਹ ਆ ਕਿ ਅੱਜ ਨਵੀਂ ਰਿਸਰਚ ਆਈ ਹੈ ਕਿ ਏਸੀ ਦੇ ਵਿੱਚ ਇਸ ਤਰ੍ਹਾਂ ਦਾ ਇੰਸਟਰੂਮੈਂਟ ਲੱਗਦਾ ਹੈ ਮੈਗਨੈਟਿਕ, ਕਿ ਜਿਹੜਾ ਵਾਇਰਸ ਹੈ ਉਹਨੂੰ ਉਹ ਖਿੱਚ ਲੈਂਦਾ, ਬਾਹਰ ਜਾਣ ਹੀ ਨਹੀਂ ਦਿੰਦਾ। ਇਹ ਜਿਹੜੀਆਂ ਟੈਕਨੀਕਸ ਹੁੰਦੀਆਂ ਨੇ ਨਾ, ਇਹ ਵੀ ਵਾਇਰਸ ਨਾਲ ਜਿਉਣ ਦੀ ਇੱਕ ਨਿਸ਼ਾਨੀ ਹੈ ਕਿ ਸਾਡੇ ਜਿਹੜੇ ਵਪਾਰੀ ਲੋਕ ਨੇ ਉਹਨਾਂ ਨੇ ਵਪਾਰ ਕਰਨਾ। ਪੀਪੀ ਕਿੱਟਾਂ ਜਿਹੜੀਆਂ ਨੇ ਉਹਨਾਂ 'ਚ ਵੀ ਹੇਰਾਫੇਰੀ ਹੋਈ, ਔਰ ਇਹਨਾਂ ਦਿਨਾਂ 'ਚ ਹੋਈ ਜਦੋਂ ਅਸੀਂ ਕਹਿੰਦੇ ਸੀ ਵੀ ਜਿਹੜੇ ਵਪਾਰੀ ਹੁੰਦੇ ਨੇ ਨਾ ਉਹਨਾਂ ਦੀ ਭਾਵੁਕਤਾ ਨਹੀਂ ਹੁੰਦੀ, ਸੇਵਾ ਦੀ ਭਾਵਨਾ ਨਹੀਂ ਹੁੰਦੀ, ਉਹਨਾਂ ਦਾ ਮਤਲਬ ਤਾਂ ਪੈਸਾ ਕਮਾਉਣਾ ਹੁੰਦਾ ਹੈ। ਤੇ ਸਾਰੀ ਦੁਨੀਆ ਹੀ ਕਰ ਰਹੀ ਹੈ। ਹੋਣਾ ਨਹੀਂ ਚਾਹੀਦਾ, ਹੋ ਰਿਹਾ, ਹਰ ਪਾਸੇ ਹੋ ਰਿਹਾ। ਅਸੀਂ ਅਸੀਂ ਦੇਖਿਆ ਜਦੋਂ 99 ਦੇ ਵਿੱਚ ਲੜਾਈ ਲੱਗੀ ਤਾਂ ਉਸ ਵੇਲੇ ਸਾਡੂ ਆ ਕਫਨ ਦੇ ਵਿੱਚੋਂ ਵੀ ਹੇਰਾਫੇਰੀ ਕੀਤੀ, ਉਹ 'ਚ ਵੀ ਕਮਿਸ਼ਨ ਖਾਦਾ ਸੀ। ਸੋ ਲੋਕ ਹਰ ਥਾਂ ਤੇ ਇਹ ਕਰਦੇ ਨੇ ਜਿਹੜਾ ਨਹੀਂ ਹੋਣਾ ਚਾਹੀਦਾ। ਪਰ ਵਪਾਰੀ ਹੈ। ਲੇਕਿਨ ਕਰੋਨਾ ਦੇ ਬਸ 1-2 ਸੈਕਟਰ ਨੇ ਜਿਨ੍ਹਾਂ 'ਚ ਮਾੜਾ ਮੋਟਾ ਫਾਇਦਾ ਹੋਇਆ ਹੋਊਗਾ, ਉਹਨਾਂ 'ਚੋਂ ਮੈਡੀਕਲ ਜਿਹੜੇ ਜਾਂ ਫਾਰਮੇਸੀ ਦੀਆਂ ਜਿਹੜੀਆਂ ਕੰਪਨੀ ਨੇ, ਤੇ ਅਦਰਵਾਈਜ਼ ਬਹੁਤ ਘੱਟ ਦੇ ਜਿੱਥੇ ਕਰੋਨਾ ਨੇ ਫਾਇਦਾ ਦਿੱਤਾ। ਸਾਰੇ ਸੈਕਟਰ, ਨੇਮ ਐਨੀ ਵਨ, ਸਾਰੇ ਸੈਕਟਰ ਅਦਰਵਾਈਜ਼ ਮਾਰੇ ਗਏ ਨੇ ਇਸ ਬਿਮਾਰੀ ਕਾਰਨ। ਸਰ, ਇੱਕ ਇੰਪੋਰਟੈਂਟ ਕੁਐਸਚਨ ਹੋਰ ਕਿ ਜਿਵੇਂ ਕਈ ਨਾਨ ਐਲਕੋਹਲਿਕ ਨੇ ਲੋਕ, ਉਹਦੇ ਕਰਕੇ ਪੰਜਾਬ ਸਰਕਾਰ ਨੇ ਜਿਵੇਂ ਠੇਕੇ ਓਪਨ ਕਰਤੇ ਸੀ, ਮਤਲਬ ਉਹ ਨਾਨ ਐਲਕੋਹਲਿਕ ਇਹ ਜਾਣਨਾ ਚਾਹੁੰਦੇ ਨੇ ਕਿ ਇਹਦੇ ਵਿੱਚ ਸਰਕਾਰ ਨੂੰ ਅਸਲ ਦੇ ਵਿੱਚ ਕੀ ਫਾਇਦਾ ਸੀ ਤੇ ਕਿਉਂ ਓਪਨ, ਮਤਲਬ ਸਭ ਤੋਂ ਪਹਿਲਾਂ ਠੇਕੇ ਓਪਨ ਹੋਏ ਨੇ, ਕੁਝ ਹੋਰ ਓਪਨ ਨਹੀਂ ਹੋਇਆ।
ਮਤਲਬ ਉਹਦਾ ਮੇਨ ਮੋਟਿਵ ਕੀ ਸੀ, ਕੀ ਫਾਇਦਾ ਸੀ ਜਾਂ ਕੀ ਨੁਕਸਾਨ ਸੀਗਾ? ਦੇਖੋ ਮੈਂ ਸੌਰੀ ਟੂ ਸਰਕਾਰ ਇੰਟਰਪਟ, ਦੇ ਜਿਹੜੀ ਮੈਂ ਸੌਰੀ ਟੂ ਇੰਟਰਪਟ ਸਰ, ਮੈਂ ਇੱਕ ਪੋਸਟ ਦੇਖੀ ਸੀ, ਇੱਕ ਬੰਦਾ ਠੇਕੇ ਦੇ ਬਾਹਰ ਖੜਾ ਹੁੰਦਾ, ਉਹਨੇ ਲਿਖਿਆ, ਉੱਥੇ ਲਿਖਿਆ ਸੀ, ਕਹਿੰਦਾ ਜੇ ਤਾਂ ਕਹਿੰਦਾ ਮੈਂ ਠੇਕੇ ਵੱਲ ਜਾਵਾਂ ਤਾਂ ਘਰ ਦੇ ਹਾਲਾਤ ਖਰਾਬ ਹੁੰਦੇ ਨੇ, ਤੇ ਜੇ ਕਹਿੰਦਾ ਮੈਂ ਘਰ ਵੱਲ ਨੂੰ ਜਾਵਾਂ ਕਹਿੰਦਾ ਦੇਸ਼ ਦੇ ਹਾਲਾਤ ਖਰਾਬ ਹੁੰਦੇ ਨੇ। ਹਾਂ, ਉਹਦਾ ਹਾਂ ਮਤਲਬ ਕੀ ਮਤਲਬ ਹੈ? ਉਹ ਚੀਜ਼ ਨੂੰ ਥੋੜਾ ਜਿਹਾ ਸਮਝਾਇਆ ਜਾਵੇ ਕਿ ਉਹਦੇ ਬਾਰੇ ਨੌਲੇਜ ਨਹੀਂ ਇੰਨਾ ਹੋ ਰਿਹਾ, ਲੋਕ ਬਹਿਸ ਬਹੁਤ ਕਰਦੇ ਨੇ ਕਿ ਨਹੀਂ ਗਲਤ ਕੀਤਾ ਸਹੀ ਕੀਤਾ, ਪੀਣ ਵਾਲੇ ਕਹਿ ਦਿੰਦੇ ਨੇ ਸਹੀ ਕੀਤਾ, ਨਹੀਂ ਪੀਣ ਵਾਲੇ ਕਹਿੰਦੇ ਨੇ ਕਿ ਨਹੀਂ, ਬਟ ਲੌਜੀਕਲ ਰੀਜ਼ਨ ਕੀ ਹੈ ਇਹਦੇ ਪਿੱਛੇ? ਦੇਖੋ ਸਰਕਾਰਾਂ ਦੇ ਕੋਲ ਇਨਕਮ ਦੇ ਸਾਧਨ ਘੱਟ ਹੁੰਦੇ ਨੇ, ਬਹੁਤ ਜੀ ਘੱਟ। ਜੀ ਪੈਸਾ ਸਰਕਾਰਾਂ ਨੇ ਡਿਵੈਲਪਮੈਂਟ ਤੇ ਕਿੱਥੋਂ ਖਰਚਣਾ? ਜੇ ਜੀ ਅਸੀਂ ਜੀ ਪੰਜਾਬ ਦੀ ਐਗਜ਼ਾਮਪਲ ਲਈਏ, ਸਭ ਤੋਂ ਜ਼ਿਆਦਾ ਇਨਕਮ ਪੰਜਾਬ ਨੂੰ ਸ਼ਰਾਬ ਦੇ ਠੇਕਿਆਂ ਤੋਂ ਹੁੰਦੀ ਸੀ। ਜਿਹੜੇ ਬਿਲਕੁਲ ਠੇਕੇ ਸ਼ਰਾਬ ਜਦੋਂ ਵਿਕਦੀ ਹੈ, ਸ਼ਰਾਬ ਦੇ ਵਿੱਚ ਜਿਹੜਾ ਟੈਕਸ ਆਉਂਦਾ ਹੈ, ਉਹਦੀ ਇਨਕਮ ਬਹੁਤ, ਰੈਵਨਿਊ ਬਹੁਤ ਆਉਂਦਾ ਹੈ। ਤੇ ਰੌਲਾ ਹੁਣ ਇਹ ਹੈ ਕਿ ਉਹ ਰੈਵਨਿਊ ਜਿਹੜਾ ਹੈ ਨਜਾਇਜ਼ ਸ਼ਰਾਬ ਟੈਕਸ ਦੀ ਚੋਰੀ ਕਰਕੇ 5500 ਕਰੋੜ ਰੁਪਇਆ ਲੋਕ ਖਾ ਗਏ। ਉਹਨਾਂ ਦੇ ਵਿੱਚ ਪੋਲੀਟੀਕਲ ਬੰਦੇ ਵੀ ਨੇ, ਉਹਨਾਂ ਦੇ ਵਿੱਚ ਜਿਹੜੇ ਵਪਾਰੀ ਵੀ ਨੇ, ਠੇਕੇਦਾਰ, ਹੋਲਸੇਲਰ ਸਾਰੇ ਨੇ। ਇਹ ਰੌਲਾ ਜੀ ਚੱਲ ਰਿਹਾ। ਜਿਹੜਾ ਜੀ ਜਿਹੜਾ ਇੰਨਾ ਪੈਸਾ ਆਉਣਾ ਹੈ, ਇੱਕ ਤਾਂ ਠੇਕੇ ਤੋਂ ਆਉਂਦਾ ਹੈ, ਦੂਜਾ ਆਉਂਦਾ ਸਾਡਾ ਮਾਈਨਿੰਗ ਤੋਂ, ਰੇਤਾ ਬਜਰੀ ਤੋਂ, ਤੀਜਾ ਸਾਡੇ ਕੋਲ ਆਉਂਦਾ ਮੰਡੀਆਂ ਤੋਂ, ਜਿਹੜੇ ਜੀ ਅਸੀਂ ਮੰਡੀਆਂ ਤੇ ਟੈਕਸ ਲੱਗਦਾ ਹੈ। ਪੈਸਾ ਤਾਂ ਉੱਥੇ ਹੀ ਆਉਣਾ ਹੈ ਨਾ। ਤੇ ਜੇ ਬਿਲਕੁਲ ਹੁਣ ਠੇਕੇ ਤੋਂ, ਹੁਣ ਇੱਕ ਤਾਂ ਟੈਕਸ ਚੋਰੀ ਹੋਣ ਲੱਗ ਗਿਆ, ਦੂਜਾ ਠੇਕੇ ਬੰਦ ਸੀ, ਸਰਕਾਰ ਕਿੱਥੋਂ ਚੱਲੇ? ਇਹ ਹੈ ਕਾਰਨ ਕਿ ਸਰਕਾਰ ਠੇਕੇ ਬੰਦ ਨਹੀਂ ਤਾਂ ਇੱਥੇ ਅਕਾਲੀ ਪਾਰਟੀ ਦੀ ਸਰਕਾਰ ਹੋਵੇ ਜਿਹੜੀ ਪੰਥਕ ਹੋਵੇ, ਤੇ ਲੇਕਿਨ ਠੇਕਿਆਂ ਤੋਂ ਇਨਕਮ ਜਿਹੜੀ ਉਹ ਕਹਿੰਦੇ ਸੀ 12,500 ਕਰੋੜ ਲਈ ਸੀ, ਔਰ ਹੁਣ ਕਿਉਂਕਿ ਘਟ ਗਈ ਇੰਨੀ ਤੇ ਰੌਲਾ ਪੈ ਗਿਆ। ਕਿਉਂ? ਬਿਲਕੁਲ ਸਹੀ ਗੱਲ ਹੈ। ਦੂਜੇ ਪਾਸੇ ਪੋਲੀਟੀਕਲ ਬੰਦੇ ਵੀ ਕੀ ਕਰਨ? ਉਹਨਾਂ ਕੋਲ ਪੈਸਾ ਕਮਾਉਣ ਲਈ ਤਾਂ ਪਾਵਰ ਚਾਹੇ ਨੇ, ਪੈਸੇ ਲਈ ਹੋਰ ਕੋਈ ਜ਼ਰੀਆ ਨਹੀਂ, ਉਹ ਸ਼ਰਾਬ ਦੀ ਤਸਕਰੀ ਕਰਨ ਲੱਗ ਗਏ। ਤਾਂ ਇਹ ਸਾਰਾ ਕੁਝ ਪੈਸੇ ਲਈ ਹੈ। ਸਟੇਟ ਨੂੰ ਵੀ ਪੈਸਾ ਚਾਹੀਦਾ, ਪੋਲੀਟੀਕਲ ਬੰਦਿਆਂ ਨੂੰ ਵੀ ਪੈਸਾ ਚਾਹੀਦਾ, ਵਪਾਰੀਆਂ ਨੂੰ ਵੀ ਪੈਸਾ ਚਾਹੀਦਾ, ਉਹ ਸਾਰਾ ਕੁਝ ਉਧਰ ਚੱਲ ਰਿਹਾ। ਸਰ ਜਿਹੜੀ ਜਿਵੇਂ ਮਿਡਲ ਹੋ ਗਿਆ, ਰਿਚ ਹੋ ਗਿਆ ਤੇ ਪੂਅਰ, ਇਹਨਾਂ ਨੂੰ ਮਤਲਬ ਕਿੰਨਾ ਕੁ ਫਰਕ, ਕਿੰਨਾ ਮਤਲਬ ਫਲਕਚੁਏਟ ਕੀਤਾ ਜਾਂ ਕਿੰਨੇ ਪਰਸੈਂਟੇਜ ਫਰਕ ਪਿਆ ਇਹ ਵਾਇਰਸ ਕਰਕੇ? ਸਭ ਤੋਂ ਜ਼ਿਆਦਾ ਇਫੈਕਟ ਕੌਣ ਹੋਇਆ ਆ? ਸਭ ਤੋਂ ਜ਼ਿਆਦਾ ਇਫੈਕਟ ਤਾਂ ਵਿਚਾਰੇ ਜਿਹੜੇ ਸੜਕਾਂ ਤੇ ਮਜ਼ਦੂਰ ਹੋਏ ਨੇ, ਜੀ ਜਿਹੜੇ ਬਿਲਕੁਲ ਸੜਕਾਂ ਤੇ ਬੱਚੇ ਪੈਦਾ ਕੀਤੇ, ਸੜਕਾਂ ਤੇ ਮਰੇ, ਹਲੇ ਤੱਕ ਮਰ ਰਹੇ ਨੇ, ਰੋਟੀ ਵੀ ਖਾਣ ਨੂੰ ਨਹੀਂ ਮਿਲ ਰਹੀ। ਸਾ ਕੇ ਜੋਤੀ ਨਾਂ ਦੀ ਕੁੜੀ ਬਜ਼ੁਰਗ ਪਿਓ ਨੂੰ ਲੈ ਕੇ ਗਈ ਗੁਰੂਗ੍ਰਾਮ ਤੋਂ ਬਿਹਾਰ ਤੱਕ। ਸਰਕਾਰ ਕੋਲ ਇਹਦਾ ਕੋਈ ਹੱਲ ਹੈ ਨਹੀਂ ਸੀ ਇਹਨਾਂ ਕੀ ਵਾਸਤੇ? ਸਰਕਾਰ ਕੋਲ ਕੀ ਸੀ ਹੱਲ? ਸਰਕਾਰ ਦੇ ਕੋਲ ਹੱਲ ਹੁੰਦਾ, ਮੋਦੀ ਸਾਹਿਬ ਪੰਗੇ ਕਿਉਂ ਪਾਉਂਦੇ? ਮੋਦੀ ਸਾਹਿਬ ਜਦੋਂ ਇਹ ਕਰਨਾ ਸੀ ਉਦੋਂ ਮੱਧ ਪ੍ਰਦੇਸ਼ ਦੀ ਸਰਕਾਰ ਤੋੜਨ ਲੱਗੇ ਹੋਏ ਸੀ। ਸਾਡੇ ਜਦੋਂ ਟਰੰਪ ਆਇਆ ਉਸ ਵੇਲੇ ਜੇ ਕਿਤੇ ਲਾਕਡਾਊਨ ਲਾਉਣ ਤੋਂ ਪਹਿਲਾਂ ਇਹ ਕਿਹਾ ਹੁੰਦਾ ਕਿ 2 ਮਹੀਨੇ ਬਾਅਦ ਅਸੀਂ ਲਾਕਡਾਊਨ ਲਾ ਦੇਣਾ, ਲੋਕ ਆਪਦੇ ਘਰਾਂ ਨੂੰ ਜਿਹਨੇ ਜਾਣਾ ਚਲੇ ਜਾਂਦੇ। ਤੇ ਲਾਕਡਾਊਨ ਇਹ ਕਹਿਤਾ ਵੀ ਜੋ ਜਿੱਥੇ ਬੈਠਾ ਹੈ ਉੱਥੇ ਬੈਠਾ ਰਹੇ, ਤੇ ਲੋਕ ਕਿੱਥੋਂ ਕਰਦੇ? ਤਾਂ ਇਹ ਸਾਰਾ ਕੁਝ ਨਾ ਉਹਦੇ ਨਾਲ ਮਜ਼ਦੂਰਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਸਭ ਨੂੰ ਹੋਇਆ, ਲੇਕਿਨ ਸਭ ਤੋਂ ਜ਼ਿਆਦਾ ਮਜ਼ਦੂਰਾਂ ਨੂੰ। ਸਰ ਜਿਹੜਾ ਇਹ ਵਾਇਰਸ ਫੈਲਿਆ ਆ, ਮੇਨਲੀ ਗਲਤੀ ਕਿਹਦੀ? ਕੋਈ ਕਹਿ ਦਿੰਦਾ ਕਿ ਹਾਂ ਚਾਈਨਾ ਦੀ ਹੈਗੀ ਆ ਤਾਂ ਟਿਕਟੌਕ ਬੈਨ ਕਰ ਦੋ, ਚਾਈਨੀਜ਼ ਐਪ ਬੈਨ ਕਰ ਦੋ। ਕੋਈ ਕਹਿੰਦਾ ਕਿ ਨਹੀਂ ਇਹ ਚਾਈਨਾ ਤੋਂ ਨਹੀਂ। ਮਤਲਬ ਫਿਰ ਇਹਦੇ ਵਿੱਚ ਪਿੱਛੇ ਕਸੂਰ ਹੈ ਕਿਹਦਾ ਸੀ ਇਸ ਵਾਇਰਸ ਦਾ? ਕੋਈ ਕਹਿੰਦਾ ਕਿ ਹਾਂ 100 ਸਾਲ ਬਾਅਦ ਹਮੇਸ਼ਾ ਮਹਾਮਾਰੀ ਆਉਣੀ ਆ, ਇਹ ਕਲਯੁਗ ਆ, ਮਤਲਬ ਬਹੁਤ ਸਭ ਕੁਝ ਆ ਕਿ ਇਸ ਵਾਇਰਸ ਦੇ ਰੀਜ਼ਨਸ, ਬਟ ਮੇਨਲੀ ਰੀਜ਼ਨ ਹੈ ਕਿ ਇਸ ਵਾਇਰਸ ਦਾ? ਜੇ ਤਾਂ ਟਰੰਪ ਦੇ ਮੁਤਾਬਕ ਸੋਚਣਾ ਹੈ ਤਾਂ ਚੀਨ ਰੀਜਨ ਹੈ ਇਹਦਾ। ਟਰੰਪ ਸਾਹਿਬ ਕਹਿੰਦੇ ਚੀਨ ਨੇ ਕੀਤਾ ਤਾਂ ਕਹਿੰਦੇ ਚਾਈਨਾ ਵਾਇਰਸ ਹੈ। ਤੇ ਅਦਰਵਾਈਜ਼ ਟਰੰਪ ਸਾਹਿਬ ਤਾਂ ਬਹੁਤ ਕੁਝ ਕਹਿ ਦਿੰਦੇ ਨੇ, ਕੀ ਬਣੀਏ। ਇਸ ਕਰਕੇ ਇਹ ਵਾਇਰਸ ਜਿਹੜਾ ਉਹ ਚਾਈਨਾ ਤੋਂ ਫੈਲਿਆ, ਔਰ ਇਸ ਤਰ੍ਹਾਂ ਹੀ ਹੁੰਦਾ, ਹਮੇਸ਼ਾ ਹੁੰਦਾ, ਕੋਈ ਨਵਾਂ ਨਹੀਂ ਹੈ। ਚਾਹੇ ਉਹ ਸਪੈਨਿਸ਼ ਫਲੂ ਹੋਵੇ, ਚਾਹੇ ਇਹ ਹੋਵੇ, ਉਹ ਇਸ ਤਰ੍ਹਾਂ ਹੀ ਹੁੰਦਾ ਹੈ। ਹਾਲੇ ਤੱਕ ਵੈਕਸੀਨ ਵੀ ਜਿਹੜੀ ਜ਼ਰੂਰੀ ਨਹੀਂ ਕਿ ਮਿਲ ਜੂਗੀ, ਇਹ ਸਦਾ ਲਈ ਰਹੂ। ਵਾਇਰਸ ਸਦਾ ਲਈ ਨਹੀਂ। ਕਰੋਨਾ, ਇਹ ਕਰੋਨਾ ਇੱਕ ਨਹੀਂ ਹੈ, ਇਹਨੂੰ ਕਰੋਨਾ ਨੋਵਲ ਕਹਿੰਦੇ ਨੇ। ਬਹੁਤ ਸਾਰੇ ਕਰੋਨਾ ਇੱਥੇ ਆਲਰੇਡੀ ਨੇ, ਔਰ ਜ਼ਰੂਰੀ ਨਹੀਂ ਕਿ ਸਭ ਦਾ ਇਲਾਜ ਹੋਵੇ। HIV ਦਾ ਹਾਲੇ ਤੱਕ ਇਲਾਜ ਨਹੀਂ ਹੈ, ਉਹਦਾ ਕੋਈ ਟੀਕਾ ਨਹੀਂ ਹੈ। ਕੈਂਸਰ ਦਾ ਵੀ ਕੋਈ ਪੂਰਾ ਇਲਾਜ ਨਹੀਂ ਹੈ। ਇਹ ਵੀ ਇਹੀ ਚੱਲਦਾ ਰਹੂਗਾ, ਇਹ ਵੀ ਇਹੀ ਚੱਲਦਾ ਰਹੂ, ਕੁਛ ਨਹੀਂ ਹੁੰਦਾ। ਇਸ ਤਰ੍ਹਾਂ ਜ਼ਿੰਦਗੀ 'ਚ ਸਿੱਖਣੀ ਚਾਹੀਦੀ ਹੈ ਲੋਕਾਂ ਨੂੰ ਜਿਉਣਾ।
ਤੋਂ ਤੇ ਜ਼ਿਆਦਾ ਸਰ, ਘਬਰਾਉਣ ਦੀ ਲੋੜ। ਕਿ ਸਰਕਾਰ ਸੱਚੀ ਦੇ ਵਿੱਚ ਮਤਲਬ ਚਾਹੇ ਉਹ ਇੰਡੀਆ ਦੀ ਆ ਚਾਹੇ ਅਦਰ ਕੰਟਰੀਜ਼ ਦੀ ਆ ਕਿ ਪੂਰੀ ਹੀ ਜ਼ੋਰ ਲਾ ਰਹੀ ਆ ਕਿ ਪਹਿਲਾਂ ਵਾਇਰਸ ਨੂੰ ਖਤਮ ਕੀਤਾ ਜਾਵੇ, ਜਾਂ ਉਹ ਇਹ ਕਰ ਰਹੇ ਨੇ ਕਿ ਚਲੋ ਹੁਣ ਇਹਨੂੰ ਰੂਟੀਨ ਹੀ ਬਣਾ ਦਿੱਤਾ ਜਾਵੇ ਤੇ ਰੂਟੀਨ ਦੇ ਨਾਲ ਆਪਣਾ ਕੰਮ ਚੱਲਦਾ ਜਾਵੇ? ਨਹੀਂ ਨਹੀਂ, ਸਰਕਾਰਾਂ ਨੂੰ ਇਹਦਾ ਕੋਈ ਐਡਾ ਫਾਇਦਾ ਨਹੀਂ, ਸਰਕਾਰਾਂ ਨੂੰ ਵੀ ਤਾਂ ਵੱਡਾ ਨੁਕਸਾਨ ਹੈ, ਇੰਨੇ ਬੰਦੇ ਮਰ ਰਹੇ ਨੇ, ਇਹ ਤਾਂ ਮਜਬੂਰੀ ਹੈ। ਇਹਦੇ ਨਾਲ ਇਹ ਨਹੀਂ ਕਿ ਸਰਕਾਰ ਕੁਝ ਕਰਦੀ ਹੈ, ਮਜਬੂਰੀ ਹੈ। ਸਾਡੇ ਕੋਲ ਇਲਾਜ ਕੋਈ ਨਹੀਂ, ਆਹੀ ਹੈ ਜੋ ਇਸ ਤਰ੍ਹਾਂ ਹੀ ਕਰ ਸਕਦੇ। ਕਿਸੇ ਕੋਲ ਇਹਦਾ ਕੋਈ ਜਵਾਬ ਨਹੀਂ, ਨਾ ਮੋਦੀ ਸਾਹਿਬ ਕੋਲ, ਨਾ ਟਰੰਪ ਕੋਲ, ਨਾ ਕਿਸੇ ਹੋਰ ਕੋਲ। ਇਹ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਹਿੱਟ ਐਂਡ ਟਰਾਇਲ ਹੁੰਦਾ ਹੈ, ਵੀ ਜਿੱਥੇ ਕੋਈ ਹੋ ਜਾਏ, ਕੋਈ ਕਹਿ ਦਿੰਦਾ ਜੀ ਇਹਦੇ ਨਾਲ ਠੀਕ ਹੋ ਜਾਂਦਾ, ਕੋਈ ਕਹਿੰਦਾ ਇਹਦੇ ਨਾਲ ਠੀਕ ਹੁੰਦਾ ਨਹੀਂ ਹੁੰਦਾ। ਲਾਕਡਾਊਨ ਨਾਲ ਠੀਕ ਨਹੀਂ ਹੁੰਦਾ। ਕੱਲ ਇੰਡੀਆ ਦੀ ਰਿਸਰਚ ਆਈ ਹੈ ਕਿ ਲਾਕਡਾਊਨ ਨਾਲ ਇਹ 34 ਤੋਂ 60 ਹਫ਼ਤੇ ਅੱਗੇ ਚਲਾ ਗਿਆ, ਠੀਕ ਨਹੀਂ ਹੁੰਦਾ। ਟਾਈਮ ਬਾਏ ਕਰ ਲਿਆ ਸੀ, ਔਰ ਅੱਗੇ ਵੀ ਇਹੀ ਹੋਣਾ ਹੈ। ਨਵੰਬਰ ਚ ਜਾ ਕੇ ਪੀਕ ਹੋਣੀ ਹੈ, ਉਦੋਂ ਹੋ ਸਕਦਾ ਜ਼ਿਆਦਾ ਬੰਦੇ ਮਰ ਜਾਣ, ਤੇ ਇਹ ਕੋਈ ਜ਼ਿਆਦਾ ਉਹ ਨਹੀਂ ਹੈ। ਸਰ ਤੁਹਾਡਾ ਜ਼ਿਆਦਾ ਕੀਮਤੀ ਸਮਾਂ ਨਾ ਲੈਂਦੇ ਹੋਏ ਇੱਕ ਮੈਂ ਲਾਸਟ ਕੁਐਸਚਨ ਪੁੱਛਣਾ ਆ ਕਿ ਇਹ ਅਫਵਾਹ ਕਿੰਨੀ ਕੁ ਸੱਚ ਆ ਕਿ ਹਾਂ ਇਹ ਕੁਝ ਸਰਕਾਰਾਂ ਦੀ ਮਤਲਬ ਸਾਜ਼ਿਸ਼ ਆ ਕਿ ਕੁਝ ਮਤਲਬ ਕਿ ਕਮਰਸ਼ੀਅਲ ਜਾਂ ਲੋਕਾਂ ਨੂੰ ਘਟਾਉਣ ਵਾਸਤੇ, ਹਾਂ ਕਿ ਕਿਉਂਕਿ ਨੇਤਾ ਲੋਕ ਜਾਂ ਜਿਹੜੇ ਰਿਚ ਲੋਕ ਆ ਉਹਨਾਂ ਨੂੰ ਨਹੀਂ ਹੋ ਰਿਹਾ, ਕਿਉਂ ਇਹ ਮਿਡਲ ਫੈਮਲੀਜ਼ ਨੂੰ ਹੀ ਜ਼ਿਆਦਾ ਹੋ ਰਿਹਾ? ਇਹ ਅਫਵਾਹ ਕਿੰਨੀ ਕੁ ਸੱਚ ਆ ਸਰ? ਜਦ ਅਫਵਾਹ ਵੀ ਸੱਚ ਹੁੰਦੀ ਹੈ, ਨਾ ਤਾਂ ਅਫਵਾਹ ਕਹਿਤਾ ਨਾਲੇ ਸੱਚ ਕਹਿਤਾ। ਅਫਵਾਹ ਦੀ ਸੱਚ ਹੁੰਦਾ। ਬਸ ਪਤਾ ਲੱਗੇ ਨਾ ਕਿ ਉਹ ਸੱਚ ਵਾਲੇ ਪਾਸੇ ਆ ਕਿ ਨਹੀਂ ਅਫਵਾਹ ਐਸਾ ਵਾਲੇ ਕੁਝ ਪਾਸੇ ਨਹੀਂ। ਪੈਂਡੂਲਮ ਜੇ ਐਸਾ ਚੱਲਦਾ ਹੋ ਰਿਹਾ ਆ। ਜਸਟਿਨ ਟਰੂਡੋ ਦੀ ਜਿਹੜੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੀ ਮਿਸਿਸ ਨੂੰ ਹੋਇਆ, ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਹੋਇਆ, ਉਹਦੀ ਮਹਾਰਾਣੀ ਨੂੰ ਹੋਇਆ, ਉਹਦੇ ਪ੍ਰਿੰਸ ਨੂੰ ਹੋਇਆ, ਐਸਾ ਕੁਝ ਨਹੀਂ। ਤੇ ਸਾਡੇ ਵੀ 2-3 ਪਾਕਿਸਤਾਨ ਦੇ 2-3 ਮੰਤਰੀ ਨੇ, ਸਾਡੇ ਵੀ 2-3 ਮੰਤਰੀ ਜਿਹੜੇ ਨੇ, ਕਿਸੇ ਨੂੰ ਵੀ ਹੋ ਸਕਦਾ। ਇਹਨੇ ਪੁੱਛਣਾ ਨਹੀਂ, ਇਹਦੀ ਨਿਗਾਹ ਚ ਨਹੀਂ ਹੈ ਵੀ ਇਹ ਕੌਣ ਹੈ, ਇਹ ਮੇਜਰ ਹੈ ਜਾਂ ਇਹ ਲੈਫਟੀਨੈਂਟ ਹੈ। ਇਹਨਾਂ ਦਾ ਜਿੱਥੇ ਹੋ ਜਾਣਾ ਨਾਲ ਦੀ ਨਾਲ ਹੋ ਜਾਣਾ। ਸੋ ਮੈਨੂੰ ਬਖਸ਼ ਦਿਆ ਕਰੋ, ਮੈਂ ਹਜੇ ਬਹੁਤ ਕੁਝ ਹੋਰ ਕਰਨਾ, ਮੈਨੂੰ ਛੇਤੀ ਨਹੀਂ ਮਰਨ ਦੀ। ਚਲੋ ਠੀਕ ਹੈ। ਥੈਂਕ ਯੂ ਸਰ, ਥੈਂਕ ਯੂ, ਤੁਸੀਂ ਆਪਣਾ ਇੰਨਾ ਕੀਮਤੀ ਸਮਾਂ ਦੇ ਕੇ ਮੇਰੀ ਇੰਟਰਵਿਊ ਦਾ ਵੀ ਮਤਲਬ ਮੈਂ ਆਈ ਐਮ ਸੋ ਥੈਂਕਫੁਲ ਟੂ ਯੂ, ਆਈ ਡੋਂਟ ਹੈਵ ਵਰਡਸ ਐਕਚੁਅਲੀ, ਆਈ ਐਮ ਰੀਅਲੀ ਥੈਂਕਫੁਲ ਟੂ ਯੂ ਸਰ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਸਰ। ਥੈਂਕ ਯੂ।